ਧਾਮੀ ਸਾਹਿਬ, ਸੰਗਤ ਨੂੰ ਇੱਕ ਸਵਾਲ ਦਾ ਜਵਾਬ ਚਾਹੀਦਾ ਹੈ। 328 ਪਾਵਨ ਸਰੂਪਾਂ ਦੀ ਜੋ ਵੀ ਤੁਸੀਂ ਪੜਤਾਲ ਕੀਤੀ, ਉਸ ਤੋਂ ਬਾਅਦ 10 ਪੰਨਿਆਂ ਦੀ ਤੁਹਾਡੀ ਉਹ ਰਿਪੋਰਟ ਜਿਹੜੀ ਤੁਸੀਂ ਕਹਿੰਦੇ ਹੋ ਕਿ 10 ਪੰਨਿਆਂ ਦੇ ਉਸ ਤੋਂ ਇਲਾਵਾ ਇੱਕ ਹੋਰ ਹੈ ਜਿਹਦੇ ਵਿੱਚ ਸਾਰਿਆਂ ਦੇ ਦੋਸ਼ ਬਿਆਨ ਕੀਤੇ ਗਏ ਨੇ। ਉਹਦੇ ਵਿੱਚ FIR ਦਰਜ ਕਰਨ ਦੀ ਵੀ ਜ਼ਿਕਰ ਕੀਤਾ ਆ ਤੁਸੀਂ, ਪਰ FIR ਦੋਸ਼ੀਆਂ ਤੇ ਫਿਰ ਦਰਜ ਕਿਉਂ ਨਹੀਂ ਹੋਈ? ਜਵਾਬ ਦਓਗੇ? ਤੇ ਆਬਵੀਅਸਲੀ ਵੀ ਇਨਵੈਸਟੀਗੇਸ਼ਨ ਜਦੋਂ ਜੁਆਇਨ ਕੀਤੀ ਤਾਂ ਜੋ ਵੀ ਪ੍ਰੂਫ ਹੈਗੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਸੈਣੀ ਬੋਲਦਾ ਜੀ ਐਵੇਂ ਵੀ ਬੇਮਤਲਬ ਬੋਲ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰ ਰਿਹਾ ਹੈ, ਸਾਡੇ ਵਿੱਚ ਤਾਂ ਕੋਈ ਊਨਤਾ ਹੀ ਹੈ ਹੀ ਨਹੀਂ, ਘਾਟਾ ਹੈ ਹੀ ਨਹੀਂ, ਤੇ ਉਹ ਫਿਰ ਆਪਣੇ ਆਪ ਹੀ ਕਲੀਅਰ ਹੋ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਇਨਵੈਸਟੀਗੇਸ਼ਨ ਕੱਲੀ ਤੁਹਾਡੇ ਤੋਂ ਹੀ ਉਹਨਾਂ ਨੇ ਸਬੂਤ ਵਗੈਰਾ ਲੈਣੇ ਆ ਕਿ ਉਹਨਾਂ ਦਾ ਵੀ ਪੱਖ ਸੁਣੇਗੀ ਸਰਕਾਰ? ਨਹੀਂ, ਆਬਵੀਅਸਲੀ ਉਹਨਾਂ ਦਾ ਪੱਖ ਤਾਂ ਆਪਣੇ ਆਪ ਹੀ ਆ ਜਾਣਾ ਨਾ, ਕਿਉਂਕਿ ਇਨਵੈਸਟੀਗੇਸ਼ਨ ਦੇਖੋ, ਅਗਰ ਮੇਰੇ ਕੋਲ ਆਲਮਗੀਰ ਸਾਹਿਬ ਦੇ ਸੋਨੇ ਦੇ ਕਲਸ਼ ਦੀਆਂ 2 ਤਸਵੀਰਾਂ ਨੇ, ਇੱਕ ਅਸਲੀ ਹੈ ਤੇ ਇੱਕ ਨਕਲੀ ਹੈ। ਵੀ ਜਿਹੜਾ ਸੰਗਤ ਨੇ ਕਲਸ਼ ਚੜਾਇਆ ਸੀਗਾ ਉਹ ਕਲਸ਼ ਦੀ ਸ਼ੇਪ ਆ ਸੀ। ਸੰਗਤ ਆਪ ਕਹਿ ਰਹੀ ਹੈ ਵੀ ਜਿਹੜਾ ਕਲਸ਼ ਹੁਣ ਧਾਮੀ ਸਾਹਿਬ ਲਿਆ ਕੇ, ਠੀਕ ਹੈ, ਕਾਰ ਸੇਵਾ ਵਾਲੇ ਭਾਈ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਆ ਕੇ ਉਹਨਾਂ ਨੂੰ ਦੇ ਕੇ ਗਏ ਆ ਵੀ ਇਹ ਉਹ ਕਲਸ਼ ਹੀ ਨਹੀਂ ਹੈਗਾ। ਫੰਡ ਕਿੱਦਾਂ ਕਲੀਅਰ ਕਰੀਏ ਅਸੀਂ? ਫੰਡ ਤਾਂ ਕਲੀਅਰ ਹੋ ਨਹੀਂ ਸਕਦੇ। ਕਾਲੀ ਦੇ ਵਿੱਚ ਉਹਨੂੰ ਫਿਰ ਤੋਂ ਬਹਾਲ ਕਰਦੇ ਨੇ, ਸਾਰੇ ਫੰਡ ਕਲੀਅਰ ਕਰਕੇ ਫਿਰ ਤੋਂ ਸਸਪੈਂਡ ਕਰ ਦੇਣਾ ਤੇ ਸੇਵਾ ਮੁਕਤ ਕਰ ਦਿੱਤਾ ਜਾਂਦਾ। ਅੱਛਾ, ਇੱਕ ਵਾਰੀ ਬਹਾਲ ਕਰਕੇ ਫਿਰ ਕਲੀਅਰ ਕਰਕੇ ਫਿਰ ਸੇਵਾ ਮੁਕਤ। ਠੀਕ ਹੈ, ਹੁਣ ਇਹ ਧੋਖਾ ਨਹੀਂ ਹੈ? ਬਿਲਕੁਲ ਆਂਦੀਆਂ। ਕਈ ਅਜਿਹੇ ਨੇ ਜਿਹਨਾਂ ਨੂੰ ਸਸਪੈਂਡ ਕੀਤਾ ਹੋਇਆ ਆ, ਉਹ ਮੈਂ ਅਗਲੇ ਐਪੀਸੋਡਸ ਦੇ ਵਿੱਚ ਵਿਦ ਪ੍ਰੂਫ ਦੱਸ ਦਾਂਗਾ, ਵਿਦ ਨੇਮ ਦੱਸ ਦਾਂਗਾ। ਸਸਪੈਂਡ ਕੀਤਾ ਹੋਇਆ ਜੀ ਇੱਕ ਬੰਦਾ ਇਹਨਾਂ ਨੇ। ਅੱਛਾ। ਉਹਨੂੰ ਫੇਰ ਵੀ ਘਰ ਬੈਠੇ ਨੂੰ ਆਈ ਥਿੰਕ 25% ਪਤਾ ਨਹੀਂ 30% ਤਨਖਾਹ ਦਿੱਤੀ ਜਾ ਰਹੀ ਹੈ ਘਰੇ ਬੈਠੇ ਨੂੰ। ਹੁਣ ਇਹ ਕਿਹੜੇ ਪਾਸੇ ਦਾ ਅਸੂਲ ਹੈ? ਜੇ ਸਸਪੈਂਡ ਹੈ ਤਾਂ ਪੂਰੀ ਤਰ੍ਹਾਂ ਸਸਪੈਂਡ ਹੈ ਉਹ ਬੰਦਾ। ਬਿਲਕੁਲ ਠੀਕ ਹੈ, ਤੇ ਜੇ ਉਹ ਗੁਨੇਗਾਰ ਨਹੀਂ ਹੈ ਤਾਂ ਫਿਰ ਉਹਨੂੰ ਬਹਾਲ ਕਰੋ ਤੁਸੀਂ। ਛੋਟੇ ਹੁੰਦਿਆਂ ਮੈਂ ਆਪਣੇ ਦਾਦਾ ਜੀ ਨਾਲ ਦੁਖਨਿਵਾਰਨ ਸਾਹਿਬ ਜਾਂਦਾ ਸੀ ਤੇ ਉੱਥੇ ਨਾ ਗੋਲੀਆਂ ਦੇ ਨਿਸ਼ਾਨ ਸੀਗੇ ਕੰਧਾਂ ਦੇ ਉੱਤੇ। ਬਿਲਕੁਲ ਜੀ, ਬਿਲਕੁਲ ਪੈਨਸਿਲ ਦੇ ਨਾਲ ਮਾਰਕ ਕੀਤੇ ਹੋਏ ਸੀਗੇ। ਤੇ ਮੈਂ ਪੁੱਛਿਆ ਆਪਣੇ ਦਾਦਾ ਜੀ ਨੂੰ ਵੀ ਆਹ ਕੀ ਹੈ, ਕਿਉਂ ਨਿਸ਼ਾਨ ਹੈ ਉਰੇ, ਖੱਡਾ ਕਿਉਂ ਹੈ? ਤਾਂ ਦਾਦਾ ਜੀ ਨੇ ਫਿਰ ਮੈਨੂੰ ਸਾਰੀ ਗੱਲ ਦੱਸੀ ਬਈ ਇੱਥੇ ਹਮਲਾ ਹੋਇਆ ਸੀ ਫੌਜ ਦਾ 1984 ਦੇ ਵਿੱਚ ਜੀ, ਤੇ ਉਹਨਾਂ ਨੇ ਗੋਲੀਆਂ ਚਲਾਈਆਂ ਸੀ, ਗੋਲੀਆਂ ਦੇ ਨਿਸ਼ਾਨ ਮੈਂ ਵੀ ਦਰਸ਼ਨ ਕੀਤੇ ਹੋਏ ਨੇ, ਅਸੀਂ ਵੀ ਦੇਖੇ। ਤੇ ਮੈਨੂੰ ਯਾਦ ਹੈ ਕੱਲ ਦੀ ਤਰ੍ਹਾਂ। ਪਰ ਦੁਖਾਂਤ ਇਹ ਹੈ ਵੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਬੱਚੇ ਸਾਡੇ ਕਿਉਂ ਨਹੀਂ ਪੁੱਛਦੇ? ਕਿਉਂਕਿ ਉੱਥੇ ਹੈ ਹੀ ਨਹੀਂ ਕੁਝ ਪੁੱਛਣ। ਉਹ ਛੱਡੋ, ਤੁਸੀਂ ਛੱਡੇ ਹੀ ਨਹੀਂ ਉਹਨਾਂ ਨੇ। ਤੁਸੀਂ ਇਹ ਦੱਸੋ, ਜੇ ਅੱਜ ਵੀ ਉਹ ਨਿਸ਼ਾਨ ਉੱਦਾਂ ਹੁੰਦੇ ਤਾਂ ਸਾਡੇ ਬੱਚਿਆਂ ਨੇ ਸਾਨੂੰ ਪੁੱਛਣਾ ਸੀ ਵੀ ਬਾਬਾ ਆਹ ਨਿਸ਼ਾਨ ਕਾਹਦਾ, ਇੱਥੇ ਕਿਉਂ ਲਿਖਿਆ ਹੋਇਆ, ਕੁਝ ਵੀ ਹੈ, ਕੀ ਹੈ, ਤੇ ਅਸੀਂ ਦੱਸਦੇ ਉਹਨਾਂ ਨੂੰ। ਸੋ ਇਹ ਬਹੁਤ ਦੁਖਾਂਤ ਵਾਲੀ ਗੱਲ ਹੈ ਜਿਹੜੀ ਕਿ ਕਾਰ ਸੇਵਾ ਵਾਲਿਆਂ ਦੀ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਪਟਿਆਲੇ ਦੇ ਵਿੱਚ ਦੁਖਨਿਵਾਰਨ ਸਾਹਿਬ ਦੀ ਗੱਲ ਕਰਦੇ ਹੋ, ਤੇ ਜਿਹੜਾ ਉੱਥੇ ਬੋਰਡ ਸਾਹਿਬ ਸੀਗਾ। ਬਿਲਕੁਲ ਹਾਂਜੀ, ਉਹ ਦੇਖੋ ਧੱਕੇ ਨਾਲ ਰਾਤੋਂ ਰਾਤ ਇਹਨਾਂ ਨੇ ਪੱਟਿਆ। ਰਾਤੋਂ ਰਾਤ ਸੰਗਤ ਪੱਟਣ ਨਹੀਂ ਸੀ ਦਿੰਦੀ, ਪਰ ਰਾਤੋਂ ਰਾਤ ਇਹਨਾਂ ਨੇ ਗਾਇਬ ਕਰ ਦਿੱਤਾ। ਤੇ ਗੁਰੂ ਤੇਗ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਉੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਕੀਤਾ। ਬਿਲਕੁਲ, ਉੱਥੇ ਨਾਲ ਆਪਣਾ ਮਹਾਰਾਜ ਨੇ ਘੋੜਾ ਬੰਨਿਆ ਸੀਗਾ। ਤੇ ਇਹਨਾਂ ਨੂੰ ਇੱਕ ਵਾਰ ਨਹੀਂ, ਇਹਨਾਂ ਦੇ ਦਿਲ ਦੇ ਵਿੱਚ ਡਰ ਨਹੀਂ ਆਣਾ, ਕਿਉਂਕਿ ਦੇਖੋ ਇਹ ਰਵਿੰਦਰ ਜੀ, ਇਹ ਗੱਲਾਂ ਸਿਰਫ ਤੁਹਾਨੂੰ ਮੈਨੂੰ ਹੀ ਨਹੀਂ, ਸੰਗਤ ਨੂੰ ਵੀ ਸਮਝਣੀਆਂ ਪੈਣੀਆਂ ਨੇ। ਸਾਡਾ ਇਤਿਹਾਸ ਸਿਰਫ ਤਾਂ ਮਿਟਾਇਆ ਜਾ ਰਿਹਾ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਪਨੀਰੀਆਂ ਦੇਖਣ ਨੂੰ ਸਿੱਖ ਲੱਗਣ, ਅੰਦਰੋਂ ਉਹ ਕੇਸਾਧਾਰੀ ਹਿੰਦੂ ਹੀ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਮਾਮਲਾ, ਜੋ ਕਿ 328 ਸੀਗੇ ਹੀ ਨਹੀਂ, 267 ਸਰੂਪ ਸੀ ਅਗਰ ਮੈਂ ਗਲਤ ਨਾ ਹੋਵਾਂ ਜਿਹੜੇ ਮਿਸਿੰਗ ਨੇ। 328 ਬਸ ਹਵਾ 'ਚੋਂ ਹੀ ਫੜ ਕੇ ਆਂਕੜਾ ਦੇ ਦਿੱਤਾ ਗਿਆ। ਮੈਂ ਬਹੁਤ ਵਾਰ ਚੈਲੰਜ ਕੀਤਾ ਹੈ ਕਿ 328 ਪ੍ਰੂਵ ਕਰਕੇ ਦਿਖਾਓ, ਨਹੀਂ ਕਰ ਸਕਦੇ। ਇਹ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਇਹ ਕਦੇ ਪ੍ਰੂਵ ਹੀ ਨਹੀਂ ਕਰ ਸਕਦੇ ਵੀ 328 ਸਰੂਪ ਮਿਸਿੰਗ ਨੇ, ਘੱਟ ਨੇ ਜਾਂ ਕਿੱਧਰ ਗਏ, ਕਿਉਂਕਿ ਉਹਨਾਂ ਦੇ ਨਾ ਬਿੱਲ ਕੱਟੇ, ਦਿੱਤੇ ਕਿੱਥੇ ਗਏ ਉਹ ਵੀ ਜਾਂ ਤਾਂ ਕਵਲਜੀਤ ਜਾਣਦਾ ਹੋਊਗਾ ਜਾਂ ਨਿਸ਼ਾਂਤ ਸਿੰਘ ਜਾਣਦਾ ਹੋਊਗਾ, ਉਸ ਤੋਂ ਇਲਾਵਾ ਕੋਈ ਤੀਜਾ ਬੰਦਾ ਨਹੀਂ। ਪਰ ਹੈਰਾਨੀ ਦੀ ਗੱਲ ਇਹ ਹੈ ਵੀ 1100 ਪੰਨਿਆਂ ਦੀ ਰਿਪੋਰਟ ਤੋਂ ਇਲਾਵਾ 10 ਪੰਨਿਆਂ ਦੀ ਇੱਕ ਹੋਰ ਰਿਪੋਰਟ, ਜਿਸ ਦੇ ਵਿੱਚ ਸਾਰਿਆਂ ਦੇ ਦੋਸ਼ ਬਿਲਕੁਲ ਕਲੀਅਰਲੀ ਲਿਖੇ ਗਏ। ਇਹਨਾਂ ਦੇ ਸੀਏ ਕੋਹਲੀ ਤੋਂ 7.5 ਕਰੋੜ ਵਾਪਸ ਲੈਣਾ, 75% ਰਕਮ ਵਾਪਸ ਲਿੱਤੀ ਜਾਵੇ, ਵਸੂਲੀ ਜਾਵੇ, ਉਹ ਵੀ ਉਹਦੇ ਵਿੱਚ ਹੀ ਲਿਖਿਆ ਹੋਇਆ ਆ। ਜਿਹੜੇ ਸੇਵਾ ਮੁਕਤ ਕੀਤੇ ਗਏ 4-5 ਬੰਦੇ, ਉਹਨਾਂ ਦਾ ਜ਼ਿਕਰ ਵੀ ਵਿੱਚ ਹੈ। ਉਹਨਾਂ ਉੱਤੇ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇ, ਉਹ ਵੀ ਉਹਨਾਂ 10 ਪੰਨਿਆਂ ਦੇ ਉੱਤੇ ਹੈ। ਪਰ ਉਹਨਾਂ 10 ਪੰਨਿਆਂ ਦੀ ਰਿਪੋਰਟ ਦੇ ਵਿੱਚ ਵੀ ਕੁਝ ਹੈਰਾਨੀਜਨਕ ਹੈ। 10 ਪੰਨਿਆਂ ਦੀ ਰਿਪੋਰਟ ਤਿਆਰ ਹੋਈ
ਤਿਆਰ ਕੀਤੀ ਭਾਈ ਈਸ਼ਰ ਸਿੰਘ ਨੇ, ਠੀਕ ਹੈ, ਤੇ ਨਾਲ ਸੀਗੇ ਬੀਬੀ ਹਰਪ੍ਰੀਤ ਕੌਰ, ਬੀਬੀ ਹਰਲੀਨ ਕੌਰ। ਭਾਈ ਈਸ਼ਰ ਸਿੰਘ ਨੇ ਜਿਹਨਾਂ ਨੇ ਰਿਪੋਰਟ ਤਿਆਰ ਕੀਤੀ ਆ, ਸੌ ਕੋਲਡ ਇਹਨਾਂ ਦੇ ਜਿਹੜੇ ਐਡਵੋਕੇਟ ਈਸ਼ਰ ਸਿੰਘ ਹੈਗੇ ਨੇ, ਉਹ ਅੱਜ ਤੱਕ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਏ? ਬਹੁਤ ਵਾਰ ਮੈਂ ਸੰਪਰਕ ਕਰ ਲਿਆ, ਨੰਬਰ ਮੇਰੇ ਕੋਲ ਹੈਗਾ, ਮੈਂ ਬਥੇਰੀ ਵਾਰ ਨੰਬਰ ਦੇ ਉੱਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੋਈ ਰਿਸਪੌਂਸ ਨਹੀਂ ਹੈਗਾ। ਉਸ ਤੋਂ ਇਲਾਵਾ ਆ ਜੋ ਦੋ ਬੀਬੀਆਂ ਨੇ, ਬੀਬੀ ਹਰਪ੍ਰੀਤ ਕੌਰ, ਬੀਬੀ ਹਰਲੀਨ ਕੌਰ, ਇਹਨਾਂ ਦੇ ਵਾਸਤੇ ਇਹਨਾਂ ਦਾ ਕੋਈ ਐਵੀਡੈਂਸ ਹੀ ਨਹੀਂ ਹੈਗਾ। ਮਤਲਬ ਜਿਨ੍ਹਾਂ ਨੇ 328 ਪਾਵਨ ਸਰੂਪਾਂ ਦੀ ਜਾਂਚ ਕੀਤੀ, ਉਹ ਜਾਂਚ ਕਰਨ ਵਾਲੇ ਜਾਂਚ ਅਧਿਕਾਰੀ ਹੀ ਰੂਪੋਸ਼ ਹੋ ਗਏ, ਸਾਹਮਣੇ ਨਹੀਂ ਆਉਂਦੇ। ਸੰਗਤ ਜੀ ਹੁਣ ਸੋਚਣਾ ਬਣਦਾ ਹੈ ਨਾ ਵੀ ਦਾਲ 'ਚ ਕੁਝ ਕਾਲਾ ਹੈ ਜਾਂ ਪੂਰੀ ਦਾਲ ਕਾਲੀ ਹੈ। ਸੋ ਮੈਨੂੰ ਇੱਕ ਵੱਡਾ ਸਟੈਪ ਲੈਣਾ ਪਿਆ ਆ ਬੀਤੇ ਦਿਨੀ, ਮੈਂ ਉਹ ਵੀ ਤੁਹਾਨੂੰ ਦੱਸਣਾ ਹੈ ਕੀ ਸਟੈਪ ਲਿੱਤਾ ਇਹਨਾਂ ਚੀਜ਼ਾਂ ਨੂੰ ਲੈ ਕੇ, ਬਿਕੋਜ਼ ਹਾਈ ਕੋਰਟ 'ਚ ਕੇਸ ਜਿਹੜਾ ਹੈਗਾ ਆ, ਹਾਈ ਕੋਰਟ ਦਾ ਫੈਸਲਾ ਬਹੁਤ ਵਧੀਆ ਆਇਆ ਹੈ, ਆਪਣੇ ਹੱਕ 'ਚ ਆਇਆ ਹੈ, ਸੰਗਤ ਦੇ ਹੱਕ 'ਚ ਆਇਆ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਜਾਂਚ ਕਰਨੀ ਬੰਦ ਕਰ ਦਈਏ ਸਾਡੇ ਗੁਰੂ ਘਰ ਨਾਲ ਜੁੜੇ ਹੋਏ ਮਸਲਿਆਂ ਦੀ। ਸੋ ਮੈਂ ਜਾਂਚ ਕੀਤੀ, 10 ਪੰਨਿਆਂ ਦੀ ਰਿਪੋਰਟ ਮੇਰੇ ਕੋਲ ਪਹੁੰਚੀ, ਉਹ ਪੜ੍ਹੀ, ਪੜਤਾਲ ਕੀਤੀ। ਮਤਾ ਨੰਬਰ 466 ਮੇਰੇ ਹੱਥ ਲੱਗਿਆ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਮਤੇ ਦੇ ਵਿੱਚ ਕੀ ਹੈ। ਜਿਹੜੇ 4 ਜਾਂ 5 ਲੋਕਾਂ ਦੇ ਖਿਲਾਫ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਣਾ ਸੀ, ਉਹਨਾਂ 4-5 ਬੰਦਿਆਂ ਦੇ ਖਿਲਾਫ ਫੌਜਦਾਰੀ ਮੁਕੱਦਮਾ ਨਾ ਦਰਜ ਕੀਤਾ ਜਾਵੇ, ਬਿਕੋਜ਼ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ SGPC ਦੇ ਵਿੱਚ ਇੰਟਰ ਨਹੀਂ ਕੀਤਾ ਤੇ ਇਹ ਰਵਾਇਤ ਜਿਹੜੀ ਹੈ ਇਸੇ ਤਰ੍ਹਾਂ ਬਰਕਰਾਰ ਰਹੇ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਮਤਲਬ ਜਿਹੜੇ ਇਹਨਾਂ ਦੇ ਮੁਲਜ਼ਮ ਹੈਗੇ ਨੇ 328 ਸਰੂਪਾਂ ਦੇ ਜਿਹੜੇ ਇਹਨਾਂ ਨੇ ਬਣਾਏ ਨੇ ਸੋ ਕਾਲਡ, ਉਹਨਾਂ ਉੱਤੇ ਆਪ ਹੀ ਵਿਭਾਗੀ ਕਾਰਵਾਈ ਕਰੂਗੀ। ਮਤਲਬ ਇੱਕ ਰਿਪੋਰਟ ਦੇ ਵਿੱਚ ਆਪ ਹੀ ਇਹ ਸਹਿਮਤ ਹੁੰਦੇ ਨੇ ਕਿ ਇਹਨਾਂ ਦੇ ਉੱਤੇ ਫੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ, ਤੇ ਉਸ ਤੋਂ ਬਾਅਦ ਆਪ ਹੀ ਮਤੇ ਦੇ ਵਿੱਚ 466 ਦੇ ਵਿੱਚ ਉਸ ਨੂੰ ਰੱਦ ਕਰ ਦਿੰਦੇ ਨੇ। ਹੁਣ ਜਿਹੜੀ 10 ਪੰਨਿਆਂ ਦੀ ਰਿਪੋਰਟ ਇਸ ਤੋਂ ਪਹਿਲਾਂ ਆ, ਤੇ ਉਸ 10 ਪੰਨਿਆਂ ਦੀ ਰਿਪੋਰਟ ਦੇ ਵਿੱਚ ਜਿਹਦੇ ਵਿੱਚ ਦੋਸ਼ੀ ਇਹਨਾਂ ਨੇ ਡਿਕਲੇਅਰ ਕੀਤੇ ਨੇ ਤੇ ਉਹਨਾਂ ਨੂੰ ਸਜ਼ਾਵਾਂ ਲਾਈਆਂ ਨੇ, ਉਸ ਰਿਪੋਰਟ ਦੇ ਹਰ ਪੰਨੇ ਦੇ ਉੱਤੇ ਤਿੰਨਾਂ ਦੇ ਸਿਗਨੇਚਰ ਹੋਣੇ ਚਾਹੀਦੇ ਸੀਗੇ, ਈਸ਼ਰ ਸਿੰਘ ਦੇ, ਹਰਪ੍ਰੀਤ ਕੌਰ ਦੇ ਤੇ ਹਰਲੀਨ ਕੌਰ ਦੇ। ਪਰ ਹੈਰਾਨੀ ਹੋਏਗੀ ਵੀ ਉਸ ਦਾ ਆਖਰੀ ਪੰਨਾ ਤੁਹਾਡੇ ਸਾਹਮਣੇ ਮੈਂ ਰੂਬਰੂ ਕਰ ਦਿੰਦਾ ਵੀ ਸਿਰਫ ਆਖਰੀ ਪੰਨੇ ਦੇ ਉੱਤੇ ਹੀ ਸਾਈਨ ਨੇ, ਬਾਕੀ ਸਾਰੇ ਪੰਨੇ ਜਿਹੜੇ ਹੈਗੇ ਨੇ ਉਹਨਾਂ ਉੱਤੇ ਕਿਸੇ ਦੇ ਸਿਗਨੇਚਰਸ ਨਹੀਂ ਹੈਗੇ। ਤੇ ਜਿੰਨੀ ਕਿ ਮੈਂ ਪੜਤਾਲ ਕੀਤੀ ਇਹ ਵੀ ਪਤਾ ਲੱਗਿਆ ਐਂਡ ਆਫ ਦਾ ਪੁਆਇੰਟ ਕੁਝ ਬੰਦਿਆਂ ਦੇ ਬੇਮਤਲਬ ਨਾਮ ਇੰਟਰ ਕੀਤੇ ਗਏ ਨੇ। ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਇਹ ਮੈਂ ਜੋ ਆਪਣੇ ਪੱਧਰ ਤੇ ਜਾਂਚ ਕੀਤੀ ਹੈ ਉੱਥੋਂ ਸਾਹਮਣੇ ਆਇਆ। ਤੇ ਇਹ ਗੱਲ ਬਹੁਤ ਸਾਰੇ ਸਿੱਖ ਬੁੱਧੀਜੀਵੀ ਵੀ ਕਹਿ ਚੁੱਕੇ ਕਿ 10 ਪੰਨਿਆਂ ਦੀ ਜਿਹੜੀ ਰਿਪੋਰਟ ਸਭ ਤੋਂ ਬਾਅਦ ਦੇ ਵਿੱਚ ਜਿਹੜੀ ਧਾਮੀ ਸਾਹਿਬ ਗੱਲ ਕਰਦੇ ਨੇ ਨਸ਼ਰ ਕਰਨ ਦੀ, ਜਾਂ ਜਿਹੜੀ ਕਹਿੰਦੇ ਨੇ ਕਿ 10 ਪੰਨਿਆਂ ਦੀ ਹੋਰ ਰਿਪੋਰਟ ਇੱਕ ਹੈਗੀ ਹੈ ਜੀ ਜਿਹਦੇ ਵਿੱਚ ਦੋਸ਼ੀ ਡਿਕਲੇਅਰ ਕੀਤੇ, ਉਹ ਰਿਪੋਰਟ ਵੀ ਅਸਲੀ ਨਹੀਂ ਹੈ। ਅਸਲੀ ਰਿਪੋਰਟ ਇਹਨਾਂ ਨੇ ਦੱਬੀ ਹੋਈ ਹੈ, ਕੋਸ਼ਿਸ਼ ਕਰ ਰਹੇ ਹਾਂ ਅਸਲੀ ਰਿਪੋਰਟ ਵੀ ਛੇਤੀ ਸਾਹਮਣੇ ਆ ਜਾਵੇ। ਹੁਣ ਮੈਂ ਇਸ ਦੇ ਉੱਤੇ ਕੀ ਫੈਸਲਾ ਲਿਆ ਜਾਂ ਮੈਂ ਕੀ ਕਾਰਵਾਈ ਕੀਤੀ ਹੈ ਉਹ ਤੁਹਾਨੂੰ ਅੱਗੇ ਦੱਸਾਂਗਾ। ਪਰ ਉਸ ਤੋਂ ਪਹਿਲਾਂ ਜਿੱਦਣ ਅਸੀਂ ਦਿੱਲੀ ਗਏ ਹਾਂ, ਦਿੱਲੀ ਜਾਂਦੇ ਹੋਏ ਭਾਈ ਰਵਿੰਦਰ ਸਿੰਘ ਜੀ ਰਾਜ ਤੇ ਹੋਰ ਕਈ ਸਿੰਘ ਮੇਰੇ ਨਾਲ ਸੀ, ਤੇ ਜਾਂਦੇ ਹੋਏ ਉਹਨਾਂ ਨੇ ਗੱਡੀ 'ਚ ਕੁਝ ਗੱਲਾਂ ਕੀਤੀਆਂ। ਖੈਰ ਭਾਈ ਰਵਿੰਦਰ ਸਿੰਘ ਜੀ ਰਾਜ ਜੀ ਨੇ ਆਪਣੇ ਚੈਨਲ ਦੇ ਉੱਤੇ ਇਹ ਪ੍ਰੋਗਰਾਮ ਪਾਤਾ ਸੀ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰ ਇਹ ਪ੍ਰੋਗਰਾਮ ਦੇਖੋ, ਫਿਰ ਆਉਣ ਤੋਂ ਬਾਅਦ ਤੁਹਾਨੂੰ ਦੱਸਦਾ ਕਿ ਅਸੀਂ ਦਿੱਲੀ ਗਏ ਕਿਉਂ ਸੀ। ਅੱਜ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਪੰਥਕ ਮੀਡੀਆ ਦੇ ਉੱਘੇ ਪੱਤਰਕਾਰ ਸਰਦਾਰ ਪ੍ਰੀਤ ਸਿੰਘ ਸੈਣੀ ਜੀ, ਜਿਨ੍ਹਾਂ ਦਾ ਕਿ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋ ਰਹੀਆਂ ਅਣਗਹਿਲੀਆਂ ਕੀਤੇ ਜਾ ਰਹੀਆਂ ਕਪਲੇਬਾਜ਼ੀਆਂ ਦੇ ਖਿਲਾਫ, ਜਿਨ੍ਹਾਂ ਵੱਲੋਂ ਇੱਕ ਬਹੁਤ ਹੀ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਹਦੇ ਬਾਰੇ ਆਪ ਬਾਖੂਬੀ ਜਾਣਦੇ ਹੀ ਹੋ। ਤੇ ਪਿਛਲੇ ਦਿਨ ਹੀ ਕੋਰਟ ਵੱਲੋਂ ਇਹਨਾਂ ਦੇ ਹੱਕ ਦੇ ਵਿੱਚ ਵੀ ਇੱਕ ਫੈਸਲਾ ਆਇਆ ਜੋ ਜ਼ਮਾਨਤ ਹੋਈ। ਤੇ ਹੁਣ ਅਗਲੀ ਰਣਨੀਤੀ ਕੀ ਹੈ, ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਤੋਂ ਅੱਜ ਫੇਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪ੍ਰੀਤ ਜੀ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਹੁਣ ਥੋੜੀ ਰਾਤ ਮਿਲੀ ਹੈ ਜੀ ਬੇਫਿਕਰੀ ਦੇ ਨਾਲ ਆਪਣੇ ਕੰਮ ਕਰਨੇ ਜਿਹੜੇ ਤੁਸੀਂ ਅੱਗੇ ਸ਼ੁਰੂ ਕਰ ਰਹੇ ਹੋ ਜੀ। ਤੇ ਇਸ ਵਿਸ਼ੇ ਨੂੰ ਲੈ ਕੇ ਹੁਣ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਵੀ ਅਗਲੀ ਰਣਨੀਤੀ ਤੁਸੀਂ ਕਿਸ ਹਿਸਾਬ ਦੇ ਨਾਲ ਹੁਣ ਲੈ ਕੇ ਚੱਲ ਰਹੇ ਜੀ? ਰਣਨੀਤੀ ਅਗਲੀ ਜੀ ਸਾਨੂੰ ਤਿਆਰ ਕਰਨ ਦੀ ਲੋੜ ਨਹੀਂ ਹੈ, ਮਾਣਯੋਗ ਹਾਈ ਕੋਰਟ ਨੇ ਰਣਨੀਤੀ ਪਹਿਲਾਂ ਹੀ ਬਣਾ ਕੇ ਦੇ ਦਿੱਤੀ ਹੈ। ਅੱਛਾ। ਕਿਉਂਕਿ ਜਦ ਉਹਨਾਂ ਨੇ ਮੈਨੂੰ ਅਗਾਊ ਜ਼ਮਾਨਤ ਦਿੱਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਲਿਖਿਆ ਕਿ ਇਨਵੈਸਟੀਗੇਸ਼ਨ ਜੁਆਇਨ ਕੀਤੀ ਜਾਵੇ ਮੇਰੇ ਵੱਲੋਂ, ਤੇ ਪੰਜਾਬ ਸਰਕਾਰ ਵੱਲੋਂ ਹੁਣ ਇਨਵੈਸਟੀਗੇਸ਼ਨ ਜੁਆਇਨ ਕਰਨੀ। ਇਨਵੈਸਟੀਗੇਸ਼ਨ ਮੈਂ ਜੁਆਇਨ ਕਰਨੀ ਸੀ 26 ਤਰੀਕ ਨੂੰ, ਹਾਂਜੀ, ਪਰ ਅਮਿਤ ਸ਼ਾਹ ਦੀ ਕੋਈ ਰੈਲੀ ਆ ਗਈ ਸ਼੍ਰੀ ਅੰਮ੍ਰਿਤਸਰ ਸਾਹਿਬ,
ਤੇ ਤਾਂ ਕਰਕੇ ਉਹ ਜ਼ਮਾਨਾ ਕੀ ਬੋਲਦੇ ਆ ਜਿਹੜੀ ਇਨਵੈਸਟੀਗੇਸ਼ਨ ਸੀਗੀ ਹਾਂਜੀ ਪ੍ਰਸ਼ਾਸਨ ਵੱਲੋਂ ਬੇਨਤੀ ਕੀਤੀ ਗਈ ਵੀ ਠਹਿਰ ਕੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਜਾਵੇ। ਤੇ ਆਪਸ ਵੀ ਇਨਵੈਸਟੀਗੇਸ਼ਨ ਜਦੋਂ ਜੁਆਇਨ ਕੀਤੀ ਤਾਂ ਜੋ ਵੀ ਪ੍ਰੂਫ ਹੈਗੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਸੈਣੀ ਬੋਲਦਾ ਜੀ ਐਵੇਂ ਵੀ ਬੇਮਤਲਬ ਬੋਲ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰ ਰਿਹਾ ਹੈ, ਸਾਡੇ ਵਿੱਚ ਤਾਂ ਕੋਈ ਊਨਤਾਈਆਂ ਹੈ ਹੀ ਨਹੀਂ, ਘਾਟਾ ਹੈ ਹੀ ਨਹੀਂ, ਤੇ ਉਹ ਫਿਰ ਆਪਣੇ ਆਪ ਹੀ ਕਲੀਅਰ ਹੋ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਇਨਵੈਸਟੀਗੇਸ਼ਨ ਕੱਲੀ ਤੁਹਾਡੇ ਤੋਂ ਹੀ ਉਹਨਾਂ ਨੇ ਸਬੂਤ ਵਗੈਰਾ ਲੈਣੇ ਆ ਕਿ ਉਹਨਾਂ ਦਾ ਵੀ ਪੱਖ ਸੁਣੇਗੀ ਸਰਕਾਰ? ਨਹੀਂ ਓਬਵੀਅਸਲੀ ਉਹਨਾਂ ਦਾ ਪੱਖ ਤਾਂ ਆਪਣੇ ਆਪ ਹੀ ਆ ਜਾਣਾ ਨਾ, ਕਿਉਂਕਿ ਇਨਵੈਸਟੀਗੇਸ਼ਨ ਦੇਖੋ ਅਗਰ ਮੇਰੇ ਕੋਲ ਆਲਮਗੀਰ ਸਾਹਿਬ ਦੇ ਸੋਨੇ ਦੇ ਕਲਸ਼ ਦੀਆਂ 2 ਤਸਵੀਰਾਂ ਨੇ, ਇੱਕ ਅਸਲੀ ਹੈ ਤੇ ਇੱਕ ਨਕਲੀ ਹੈ। ਬਿਲਕੁਲ ਹਾਂਜੀ ਠੀਕ ਹੈ, ਉਹਦੇ ਉੱਤੇ ਜਵਾਬਦਾਰੀ ਤਾਂ ਇਹਨਾਂ ਨੂੰ ਦੇਣੀ ਬਣੇਗੀ ਨਾ, ਕੋਰਟ ਦੇ ਵਿੱਚ ਆ ਕੇ ਜਵਾਬਦਾਰੀ ਤਾਂ ਦੇਣਗੇ ਨਾ ਵੀ ਜਿਹੜਾ ਸੰਗਤ ਨੇ ਕਲਸ਼ ਚੜਾਇਆ ਸੀਗਾ ਉਹ ਕਲਸ਼ ਦੀ ਸ਼ੇਪ ਆ ਸੀ। ਸੰਗਤ ਆਪ ਕਹਿ ਰਹੀ ਹੈ ਵੀ ਜਿਹੜਾ ਕਲਸ਼ ਹੁਣ ਧਾਮੀ ਸਾਹਿਬ ਲਿਆ ਕੇ, ਠੀਕ ਹੈ, ਕਾਰ ਸੇਵਾ ਵਾਲੇ ਭਾਈ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਆ ਕੇ ਉਹਨਾਂ ਨੂੰ ਦੇ ਕੇ ਗਏ ਆ ਵੀ ਇਹ ਉਹ ਕਲਸ਼ ਹੀ ਨਹੀਂ ਹੈਗਾ। ਓਕੇ, ਇਹਨਾਂ ਨੇ ਆਪਣੇ ਵੱਲੋਂ ਬਣਾ ਕੇ ਉੱਥੇ ਰੱਖਤਾ ਜੀ। ਗੱਲ ਇਹ ਨਹੀਂ ਹੈ ਵੀ ਚੋਰੀ ਹੋਈ ਹੈ, ਗੱਲ ਇਹ ਹੈ ਵੀ ਸੰਗਤ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਬਿਲਕੁਲ। ਪਹਿਲੀ ਗੱਲ ਤਾਂ ਇਹ ਹੈ ਕਿ ਕਾਰ ਸੇਵਾ ਅਸੀਂ ਕਿਸੇ ਵੀ ਕਾਰ ਸੇਵਾ ਵਾਲਿਆਂ ਨੂੰ ਦਿੰਦੇ ਹਾਂ ਤਾਂ ਫਿਰ ਉਹਨਾਂ ਨੂੰ ਅਸੀਂ ਇਹ ਵੀ ਅਥਾਰਟੀ ਨਾਲ ਦੇ ਦਿੰਦੇ ਵੀ ਜੋ ਵੀ ਇਤਿਹਾਸਿਕ ਚੀਜ਼ਾਂ ਸਾਡੀਆਂ ਹੈਗੀਆਂ ਨੇ ਉਹ ਤੁਸੀਂ ਖੁਰਦ-ਬੁਰਦ ਕਰ ਦਿਓ ਜਾਂ ਚੱਕ ਕੇ ਲੈ ਜਾਓ, ਜਾਂ ਤੁਸੀਂ ਆਪਣੇ ਹਿਸਾਬ ਨਾਲ। SGPC ਤਾਂ ਉੱਦਾਂ ਦਾ ਮਤਲਬ ਆਪਣੇ EMPLOYEES ਉਹ ਥੋੜ੍ਹਾ ਬਹੁਤਾ ਵੀ ਕੋਈ ਕਾਂਡ ਕਰ ਦਿੰਦਾ ਹੈ ਤੇ ਉਹਦੇ ਲਈ ਫਤਵਾ ਜਾਰੀ ਕਰ ਦਿੰਦਾ ਹੈ। ਬਿਲਕੁਲ। ਇੱਥੇ 200 ਕੁਇੰਟਲ ਕਣਕ ਗਾਇਬ ਕਰ ਦਿੰਦੇ ਨੇ ਤੇ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ, ਉਹਨਾਂ ਤੇ ਜੁਰਮਾਨਾ 20,000 ਰੁਪਏ ਲਾ ਕੇ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਂਦਾ। ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਆਪਣੇ ਪਟਨਾ ਸਾਹਿਬ ਦੇ ਤਖਤ ਦੇ ਆਪਣੇ ਜਥੇਦਾਰ ਗਿਆਨੀ ਤਾਂ ਹੁਣ ਚਲੋ ਕਹਿਣ ਨੂੰ ਦਿਲ ਨਹੀਂ ਕਰਦਾ, ਇਕਬਾਲ ਨਹੀਂ ਦੂਸਰਾ ਸੀਗਾ ਉਹ ਰਣਜੀਤ ਸਿੰਘ ਗੋਹਰ, ਜਿਨ੍ਹਾਂ ਦੇ ਉੱਤੇ ਬੜੇ ਇਲਜ਼ਾਮ ਲੱਗੇ ਸੀ। ਤੇ ਜਦੋਂ ਇੱਕ ਵਾਰੀ ਉਹ ਹਰਿਮੰਦਰ ਸਾਹਿਬ ਆਏ ਤਾਂ ਉਹਨਾਂ ਵਾਸਤੇ ਦਰਵਾਜ਼ੇ ਨਹੀਂ ਖੋਲ੍ਹੇ ਇਹਨਾਂ ਨੇ, ਅੰਦਰ ਨਹੀਂ ਸੀ ਵੜਨ ਦਿੱਤਾ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਤੇ ਆਪਣੇ ਜਿਹੜੇ ਇਹਨਾਂ ਦੇ ਕਬਲੇਬਾਜ਼ੀਆਂ ਹੋ ਰਹੀਆਂ ਇਹ ਮੰਨਣ ਨੂੰ ਤਿਆਰ ਨਹੀਂ। ਦੇਖੋ ਗੌਰ ਜੀ ਨੂੰ ਇਹਨਾਂ ਨੇ ਅੰਦਰ ਨਹੀਂ ਆਉਣ ਦਿੱਤਾ। ਇਹਨੂੰ ਤੁਸੀਂ ਕੀ ਕਹੋਗੇ? ਇਹਨੂੰ ਮੰਦਭਾਗਾ ਕਹੋਗੇ ਤੁਸੀਂ, ਜਾਂ ਇਹਨੂੰ ਤੁਸੀਂ ਇਹ ਕਹੋਗੇ ਕਿ ਇੱਕ ਵਾਰ ਫਿਰ ਤੋਂ ਮੱਸਾ ਰੰਗੜ ਅੰਦਰ ਵੜ ਗਿਆ ਹੈ? ਜਿਹਦੀ ਮਰਜ਼ੀ ਹੈ, ਜੋ ਮਰਜ਼ੀ ਉਹ ਕਰੇ ਅੰਦਰ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਅੰਦਰ ਨਹੀਂ ਵੜ ਸਕਦਾ ਸ਼੍ਰੀ ਦਰਬਾਰ ਸਾਹਿਬ। ਹੁਣ ਮੈਂ ਕਹਿ ਰਿਹਾ ਹੱਦ ਦਰਜੇ ਦਾ ਕੋਈ ਚੋਰ ਹੋਵੇ, ਲੁਟੇਰਾ ਹੋਵੇ, ਡਾਕੂ ਹੋਵੇ, ਠੀਕ ਹੈ, ਅਗਰ ਉਹ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਵੀ ਦਰਬਾਰ ਸਾਹਿਬ ਆਉਂਦਾ ਤਾਂ ਸਾਡੀ ਔਕਾਤ ਨਹੀਂ ਅਸੀਂ ਮਨਾ ਕਰੀਏ, ਉਹ ਗੁਰੂ ਦਾ ਦਰ ਆ। ਬਿਲਕੁਲ। ਅਗਰ ਉੱਥੇ ਆ ਕੇ ਕੋਈ ਭੁੱਲਾ ਬਖਸ਼ਾਉਂਦਾ ਆ ਤਾਂ ਤੁਸੀਂ ਈਸਾਈ ਧਰਮ ਦੇ ਵਿੱਚ ਦੇਖਿਆ ਹੋਇਆ ਵੀ ਉਹਦੇ ਵਿੱਚ ਇੱਕ ਨਾ ਸਾਈਡ 'ਤੇ ਕੇਜ ਜਿਹਾ ਬਣਿਆ ਹੁੰਦਾ ਤੇ ਉਹਦੇ ਵਿੱਚ ਅਗਰ ਤੁਸੀਂ ਕੋਈ ਚੀਜ਼ ਮੰਨਣੀ ਹੈ ਨਾ ਵੀ ਆਹ ਗੁਨਾਹ ਕੀਤਾ ਜਿਹੜਾ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਵੀ ਨਹੀਂ ਮੰਨ ਸਕਦੇ। ਹਾਂ ਬਿਲਕੁਲ, ਉਹ ਪਿੱਛੇ ਉਹਨਾਂ ਨੇ ਇੱਕ ਜਗ੍ਹਾ ਬਣਾਈ ਹੁੰਦੀ ਹੈ, ਠੀਕ ਹੈ, ਇੱਕ ਜਗ੍ਹਾ ਬਣੀ ਹੁੰਦੀ ਹੈ ਜਿੱਥੇ ਆ ਕੇ ਉੱਥੇ ਕੋਈ ਵੀ ਉਹਨਾਂ ਦਾ ਫਾਦਰ ਜਾਂ ਕੋਈ ਵੀ ਨਨ ਅੰਦਰ ਹੁੰਦੀ ਹੈ ਤੇ ਉਹਨਾਂ ਨੂੰ ਮਤਲਬ ਆਪਣਾ ਗੁਨਾਹ ਕਬੂਲ ਕਰਦੇ ਨੇ ਵੀ ਅਸੀਂ ਆਹ ਗੁਨਾਹ ਕੀਤਾ ਆ। ਮਤਲਬ ਉਹਦਾ ਇਹ ਹੈ ਵੀ ਤੁਸੀਂ ਰੱਬ ਦੀ ਕਚਹਿਰੀ ਦੇ ਵਿੱਚ ਆ ਕੇ ਰੱਬ ਦੇ ਦੂਤ ਦੇ ਕੋਲ ਆਪਣਾ ਗੁਨਾਹ ਕਬੂਲ ਕਰਕੇ ਕਿ ਮੈਂ ਜੀ ਆਹ ਕਾਂਡ ਕੀਤਾ ਸੀ, ਮੇਰਾ ਸਜ਼ਾ ਨਹੀਂ ਮਿਲੀ ਮੈਨੂੰ, ਜਾਂ ਮੈਂ ਨਹੀਂ ਸਜ਼ਾ ਭੁਗਤੀ, ਪਰ ਮੈਂ ਰੱਬ ਦੀ ਕਚਹਿਰੀ 'ਚ ਮੰਨਣ ਆਇਆ ਵੀ ਹਾਂ ਮੇਰੇ ਤੋਂ ਆਹ ਗਲਤੀ ਹੋਈ ਹੈ। ਉਹਦੇ ਨਾਲ ਕੀ ਹੁੰਦਾ, ਰੂਹ ਤੇ ਚੜਿਆ ਭਾਰ ਘਟਦਾ ਆ। ਬਿਲਕੁਲ। ਹਾਂਜੀ। ਨਹੀਂ ਬਾਕੀ ਮੈਂ ਥੋੜ੍ਹਾ ਜਿਹਾ ਵੀ ਕਲੀਅਰ ਕਰਨਾ ਚਾਹਾਂਗਾ, ਗੁਰਦੁਆਰਾ ਸਾਹਿਬ ਤਾਂ ਉਹਨਾਂ ਨੇ ਦਰਬਾਰ ਸਾਹਿਬ ਨਕਮਤ ਹੋਏ ਮੱਥਾ ਟੇਕਿਆ, ਪਰ ਜਿਹੜੇ ਇਹਨਾਂ ਦੇ ਆਪਣੇ ਆਫਿਸ ਵਗੈਰਾ ਹੈਗੇ ਨੇ ਜਿੱਥੇ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਉੱਥੇ ਨਹੀਂ ਸੀ ਉਹਨਾਂ ਨੂੰ ਅੰਦਰ ਵੜਨ ਦਿੱਤਾ। ਬੜੀ ਗੱਲ ਇਹ ਫੈਲੀ ਸੀਗੀ। ਸੋ ਚਲੋ ਉਹ ਤਾਂ ਵਿਸ਼ਾ ਉਹਨਾਂ ਦਾ ਵੱਖਰਾ ਰਹਿ ਗਿਆ, ਆਪਾਂ ਆਪਣੇ ਵਿਸ਼ੇ 'ਤੇ ਆਉਂਦੇ ਹਾਂ। ਹੁਣ ਕੋਈ ਉਸ ਤੋਂ ਇਲਾਵਾ ਨਵੇਂ ਜਿਹੜੇ ਸਬੂਤ ਤੁਹਾਡੇ ਕੋਲ ਇਕੱਠੇ ਹੋਏ ਨੇ ਸੰਗਤ ਵੱਲੋਂ, ਇਹਨਾਂ 'ਚ ਕਿੰਨਾ ਕੁ ਵਾਧਾ ਹੋਇਆ ਜੀ? ਕਾਫੀ ਵਾਧਾ ਹੋਇਆ ਹੈ, ਬਹੁਤ ਸਾਰੀਆਂ ਚੀਜ਼ਾਂ ਮੇਰੇ ਕੋਲ ਪਹੁੰਚੀਆਂ ਨੇ। ਹੁਣ ਜਿਹੜਾ 328 ਸਰੂਪਾਂ ਦਾ ਮਸਲਾ ਸੀਗਾ, 328 ਸਰੂਪਾਂ ਦੇ ਮਸਲੇ ਦੇ ਵਿੱਚ ਇਹ ਆਪ ਹੀ ਲਿਖਦੇ ਆ ਵੀ 5 ਬੰਦਿਆਂ ਉੱਤੇ ਫੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ ਆ। ਹਾਂਜੀ ਹਾਂ। ਆਪਣੇ ਆਪ ਹੀ ਬਾਅਦ 'ਚ ਉਹ ਰੈਜ਼ੋਲੂਸ਼ਨ ਜਿਹੜਾ ਆ ਪਾ ਕੇ ਰੱਦ ਕਰ ਦਿੰਦੇ ਨੇ ਵੀ ਨਹੀਂ ਜੀ ਅੱਜ ਤੱਕ ਪੁਲਿਸ ਨੇ ਇੰਟਰਫੇਅਰ ਨਹੀਂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਇਸ ਕਰਕੇ ਅਸੀਂ ਆਪਣੇ ਪੱਧਰ ਦੇ ਉੱਤੇ ਹੀ ਜਾਂਚ ਕਰਾਂਗੇ। ਅੱਛਾ। ਉਹ ਸਿਰਫ ਸ਼ੁਰੂਆਤ ਦੇ ਵਿੱਚ ਉਹ ਵੀ ਰੈਜ਼ੋਲੂਸ਼ਨ ਜਦੋਂ ਪਾਸ ਕੀਤਾ, ਮਤਾ ਨੰਬਰ ਆਈ ਥਿੰਕ 466 ਆ, ਮਤਾ ਨੰਬਰ 466 ਆ, ਠੀਕ ਹੈ, ਜਿਹਦੇ ਵਿੱਚ ਇਹਨਾਂ ਨੇ ਲਿਖਿਆ ਆ ਵੀ ਇਹਨਾਂ ਬੰਦਿਆਂ ਦੇ ਉੱਤੇ ਕਲੀਅਰਲੀ ਲਿਖਿਆ ਆ ਕਿ ਫੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ ਆ। ਅੱਛਾ। 4 ਜਾਂ 5 ਬੰਦਿਆਂ ਦੇ ਉੱਤੇ, ਪਰ ਉਹ ਹੋਇਆ ਨਹੀਂ ਦਰਜ। ਨਹੀਂ ਜੀ, ਉਸ ਤੋਂ ਬਾਅਦ ਇਹਨਾਂ ਨੇ ਮਤਾ ਨੰਬਰ ਆਈ ਥਿੰਕ 487 ਜਾਂ ਕੁਛ ਇੰਨਾ ਕੀ ਆ, ਮੈਨੂੰ ਹੁਣ ਉਹਦਾ ਧਿਆਨ ਨਹੀਂ ਹੈਗਾ, ਮੇਰੇ ਕੋਲ ਪਈਆਂ ਸਾਰੀਆਂ ਕਾਪੀਜ਼, ਉਹਦੇ ਵਿੱਚ ਕਲੀਅਰਲੀ ਲਿਖਿਆ ਵੀ ਨਹੀਂ ਜੀ ਅਸੀਂ ਮਤਲਬ ਪੁਲਿਸ ਨੂੰ ਐਂਟਰ ਨਹੀਂ ਕਰਵਾ ਸਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ, ਤੇ ਇਸ ਕਰਕੇ। ਤੇ ਹੁਣ ਮਤਲਬ ਇਹਨਾਂ ਦੀ ਤੁਸੀਂ ਉਹ ਸੋਚ ਦੇਖੋ ਨਾ ਵੀ ਕਿੱਥੇ ਹੈ, ਕੀ ਕਰਦੇ ਨੇ।
ਅਗਰ ਇਹਨਾਂ ਨੇ ਫੌਜਦਾਰੀ ਮੁਕੱਦਮਾ ਕਰਵਾਉਣਾ ਸੀਗਾ, ਮਤਲਬ FIR ਅਗਰ ਕਰਵਾਉਣੀ ਸੀਗੀ, ਹਾਂਜੀ ਹਾਂ, ਤਾਂ FIR ਹੀ ਕਰਵਾ ਦਿੰਦੇ ਉਸ ਵੇਲੇ। ਪਰ FIR ਕਿਉਂ ਨਹੀਂ ਕਰਵਾਈ? ਕਿਉਂਕਿ ਪ੍ਰਾਈਵੇਟ ਪੁਲਿਸ ਦੇਖੋ, ਮਤਲਬ ਇਹਨਾਂ ਵਾਸਤੇ ਤਾਂ ਬਾਹਰ ਦੇ ਪੁਲਿਸ ਪ੍ਰਸ਼ਾਸਨ ਨੂੰ ਪ੍ਰਾਈਵੇਟ ਪੁਲਿਸ ਹੈ, ਇਹਨਾਂ ਦੀ ਆਪਣੀ ਪੁਲਿਸ ਹੈ। ਕਿਉਂਕਿ ਕਾਫੀ ਸੰਗਤ ਨੂੰ ਮੈਂ ਜਦੋਂ ਪ੍ਰਾਈਵੇਟ ਪੁਲਿਸ ਕਹਿੰਦਾ ਨਾ, ਤਾਂ ਬਹੁਤ ਸਾਰੀ ਸੰਗਤ ਨੂੰ ਇਹੀ ਪੁੱਛਣ ਲੱਗਾ ਜੀ ਪ੍ਰਾਈਵੇਟ ਪੁਲਿਸ ਤੇ ਮਤਲਬ ਇਹਨਾਂ ਵਾਸਤੇ ਸਰਕਾਰੀ ਪੁਲਿਸ ਹੈ, ਇਹਨਾਂ ਦਾ ਆਪਣਾ ਫਲਾਈਂਗ ਡਿਪਾਰਟਮੈਂਟ ਹੈ ਸੰਗਤ ਜੀ। ਓਕੇ। ਤੇ ਜਿਹੜੀ ਬਾਹਰ ਦੀ ਪੁਲਿਸ ਹੈ ਉਹ ਇਹਨਾਂ ਵਾਸਤੇ ਪ੍ਰਾਈਵੇਟ ਹੈ, ਪ੍ਰਾਈਵੇਟ ਪੁਲਿਸ। ਅੱਛਾ। ਕਿਉਂਕਿ ਇਹ ਆਪਣੇ ਆਪ 'ਚ ਹੀ ਆਪਣੇ ਆਪ ਨੂੰ ਇੱਕ ਸਰਕਾਰ ਸਮਝਦੇ ਆ। ਬਿਲਕੁਲ ਬਿਲਕੁਲ। ਕਿਉਂਕਿ ਇਹਨਾਂ ਦੇ ਆਪਣੇ ਇੰਸਪੈਕਟਰ ਨੇ, ਆਪਣੇ DCP DSP ਨੇ, ਠੀਕ ਹੈ, ਆਪਣੇ ਜੱਜ ਨੇ। ਕਿਉਂਕਿ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਜਿਹੜਾ ਹੈਗਾ ਆ ਉਸ ਦੇ ਵਿੱਚ ਜਿੰਨੇ ਵੀ ਮਤਲਬ ਚੇਅਰਮੈਨ ਜਿਹੜਾ ਹੈਗਾ ਆ ਜਾਂ ਜਿਹੜੇ ਜੱਜ ਬੈਠੇ ਹੋਏ ਨੇ, ਉਹ ਵੀ ਇਹਨਾਂ ਨੂੰ ਪਤਾ ਫੈਸਲੇ ਦਾ ਸਾਡੇ ਹੱਥ 'ਚ ਹੀ ਨੇ। ਬਿਲਕੁਲ। ਤੁਸੀਂ ਪਿੱਟ ਕੇ ਮਰ ਜਾਓ, ਮੈਨੂੰ ਦੱਸ ਦਿਓ। ਮੈਂ ਸੰਗਤ ਨੂੰ ਕਹਿੰਦਾ ਵੀ ਤੁਸੀਂ ਦੱਸੋ ਜੀ, ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 'ਤੇ ਅੱਜ ਤੱਕ ਤੁਸੀਂ ਜਿੰਨੇ ਕੇਸਿਸ ਲਾਏ ਨੇ, ਕਿਸੇ ਇੱਕ ਦੀ ਸੁਣਵਾਈ ਕਰਕੇ ਕਰਵਾ ਕੇ, ਤੇ ਕੀ ਤੁਸੀਂ ਉਸ ਦੇ ਵਿੱਚ ਇਨਸਾਫ ਤੁਹਾਨੂੰ ਮਿਲਿਆ? ਅੱਛਾ, ਇਸੇ ਕਰਕੇ ਤੁਸੀਂ ਕਹਿੰਦੇ ਹੋ ਵੀ ਇਹ ਜਿਹੜੀ ਜੁਡੀਸ਼ੀਅਲ ਕਮਿਸ਼ਨ ਹੈਗੀ ਬੰਦ ਰੱਦ ਕਰਨੀ ਚਾਹੀਦੀ ਹੈ, ਇਹਦੇ 'ਚ ਸੋਧ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਸੋਧ ਹੋਣੀ ਚਾਹੀਦੀ ਹੈ। ਕਿਉਂਕਿ ਦੇਖੋ, ਅਕਾਲੀਆਂ ਦੀ ਸਰਕਾਰ ਵੇਲੇ ਜੁਡੀਸ਼ੀਅਲ ਕਮਿਸ਼ਨ ਦਾ ਇਹ ਜਿਹੜਾ ਮਤਲਬ ਪੈਨਲ ਹੈ ਉਹ ਸੈੱਟ ਹੋਇਆ ਸੀਗਾ। ਓਕੇ। ਉਦੋਂ ਦਾ ਉਹੀ ਸੈੱਟ ਹੈ। 2017 ਦੇ ਵਿੱਚ ਤਾਂ ਕੀ ਬੋਲਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇੰਨੀ ਇਲੀਗਲ ਬਾਡੀ ਹੈ, ਕਿਉਂਕਿ ਇਲੈਕਸ਼ਨਸ ਨਹੀਂ ਹੋਈਆਂ ਉਸ ਤੋਂ ਬਾਅਦ। ਓਕੇ। ਜਦ ਇਲੈਕਸ਼ਨਸ ਨਹੀਂ ਹੋਈਆਂ ਤੇ ਇਸ ਵੇਲੇ ਜਿੰਨੇ ਵੀ ਇਹਨਾਂ ਦੇ ਪ੍ਰਧਾਨ ਜਾਂ ਜਥੇਦਾਰ ਜਿਹੜੇ ਨਿਯੁਕਤ ਕਰਦੇ ਨੇ ਜਾਂ ਜਿੰਨੇ ਵੀ ਮੈਂਬਰ ਹੈਗੇ ਨੇ, ਉਹ ਸਾਰੇ ਇਲੀਗਲ ਨੇ। ਇਲੀਗਲ ਬਾਡੀ ਚੱਲ ਰਹੀ ਹੈ। ਇਲੈਕਸ਼ਨਸ ਕਰਾਉਣ ਵਾਸਤੇ ਬ੍ਰਿਜ ਜੀ ਆਪੋਜ਼ਿਟ ਪਾਰਟੀ ਵੀ ਚਾਹੀਦੀ ਹੈ, ਤੇ ਕਦੇ ਮਤਲਬ ਬਹੁਤਾ ਸਾਹਮਣੇ ਕੋਈ ਆਇਆ ਵੀ ਨਹੀਂ ਇਹਨਾਂ ਦੇ ਵਿਰੁੱਧ ਖੜਨ ਵਾਲਾ ਬੰਦਾ ਵੀ ਪ੍ਰੋਪਰ ਤੌਰ 'ਤੇ ਇੱਕ ਜਥੇਬੰਦੀ ਤਿਆਰ ਹੋ ਕੇ ਸਾਰੇ ਰਲ ਕੇ, ਅਗਰ ਚਲੋ ਇੰਡੀਵਿਜੂਅਲ ਤਾਂ ਕਈ ਬੰਦੇ ਖੜੇ ਪਰ ਉਹਨਾਂ ਦੀ ਸਾਰ ਨਹੀਂ ਕੋਈ ਬਹੁਤਾ ਨਹੀਂ ਉਹਨਾਂ ਨੂੰ ਸਫਲ ਹੋਏ ਇਸ ਦੇ ਵਿੱਚ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਸਾਰੇ ਰਲ ਕੇ ਜੇ ਆਪਾਂ ਇਹਨਾਂ ਦੇ ਵਿਰੁੱਧ ਖੜੀਏ ਤਾਂ ਹੀ ਗੱਲ ਬਣੇਗੀ? ਦੇਖੋ, ਗੱਲ ਉੱਥੇ ਹੀ ਮੁੱਕਦੀ ਹੈ ਜਦੋਂ ਸਾਨੂੰ ਆਦਤ ਪੈ ਜੇ ਨਾ, ਹਾਂਜੀ, ਜੁੱਤੀਆਂ ਖਾਣ ਦੀ। ਕਲੀਅਰਲੀ ਕਹਾਂਗਾ ਤਾਂ ਫਿਰ ਸਾਨੂੰ ਪਤਾ ਹੀ ਹੁੰਦਾ ਵੀ ਯਾਰ ਕਾਂਗਰਸ ਆਈ ਉਹਨੇ ਵੀ ਜੁੱਤੀਆਂ ਹੀ ਮਾਰਨੀਆਂ ਨੇ, ਅਕਾਲੀ ਆਏ ਉਹਨੇ ਵੀ ਜੁੱਤੀਆਂ ਮਾਰਨੀਆਂ ਨੇ। ਪਰ ਉਹ ਜਦੋਂ ਮੈਨੀਫੈਸਟੋ ਲੈ ਕੇ ਆਉਂਦੇ ਨੇ ਨਾ ਵੀ ਤੁਹਾਨੂੰ ਆਹ ਦੇਵਾਂਗੇ, ਆਹ ਦੇਵਾਂਗੇ, ਆਟਾ ਦਾਲ ਸਕੀਮ ਦੇਵਾਂਗੇ, ਹੁਣ ਨਾਲ ਤੁਹਾਨੂੰ ਘੇ ਵੀ ਦੇਵਾਂਗੇ, ਹੁਣ ਤੁਹਾਨੂੰ ਚਾਹ ਪੱਤੀ ਦੇ ਨਾਲ ਚੀਨੀ ਵੀ ਦੇਵਾਂਗੇ, ਤਾਂ ਬਸ ਉਹ ਜਿਹੜੀਆਂ ਚੀਜ਼ਾਂ ਨੇ ਨਾ ਉਹ ਸਾਨੂੰ ਲੈ ਕੇ ਡੁੱਬ ਮਰਦੀਆਂ ਨੇ। ਉਹੀ ਚੀਜ਼ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਸੇਮ ਚੀਜ਼ ਹੀ ਮੈਟਰ ਕਰਦੀ ਹੈ। ਜਿਹਨਾਂ ਨੂੰ ਅਸੀਂ ਪੰਜਾਬ ਦਾ 25 ਸਾਲ ਰਾਜ ਭਾਗ ਤੇ ਕਾਰਜ ਕਰਨ ਦਾ ਯੋਗ ਸਮਝ ਕੇ ਉਹਨਾਂ ਨੂੰ ਵੋਟਾਂ ਭੁਗਤਾਈਆਂ ਪੰਜਾਬ ਦੀ ਆਵਾਮ ਨੇ, ਉਹਨਾਂ ਨੇ ਹੌਲੀ 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 ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਪ੍ਰਾਪਰਟੀ ਸਮਝ ਲਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸਭ ਤੋਂ ਵੱਡੀ ਗੇਮ ਕੀ ਖੇਡੀ? ਵੋਟਾਂ ਜਿਹੜਿਆਂ ਦੀਆਂ ਬਣਨੀਆਂ ਨੇ ਉਹ ਇਹਨਾਂ ਦੇ ਆਪਣੇ ਬੰਦੇ ਹੀ ਹੋਣਗੇ, ਕਿ ਵੋਟ ਕਿਸੇ ਬਾਹਰ ਦੇ ਬੰਦੇ ਨੂੰ ਭੁਗਤੇ ਹੀ ਨਾ। ਤੁਸੀਂ ਕਿਹੜੇ ਪਾਸਿਓਂ ਜਿੱਤ ਜਾਓਗੇ? ਜਦ ਅਗਰ ਤੁਸੀਂ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਹੋ, ਉਹਨਾਂ ਨੇ ਇੱਕ ਮੀਟਿੰਗ ਕਰ ਲਈ ਪੂਰੇ ਪੰਜਾਬ ਦੇ ਵਿੱਚ, ਅਲੱਗ-ਅਲੱਗ ਹਲਕਿਆਂ ਦੇ ਵਿੱਚ, ਅਲੱਗ-ਅਲੱਗ ਪਿੰਡਾਂ ਦੇ ਵਿੱਚ ਮੀਟਿੰਗ ਕਰ ਲਈ। ਮੀਟਿੰਗ ਕਰ ਲਿਆ, ਅਕਾਲੀਆਂ ਦੇ ਕਿੰਨੇ ਬੰਦੇ ਨੇ ਜੀ ਇਸ ਪਿੰਡ 'ਚ? ਕਹਿਣਗੇ ਜੀ 300, ਬਾਕੀ ਕਹਿਣਗੇ 150 ਜੀ, ਤੇ ਕਾਂਗਰਸ ਦਾ ਹੈ ਬੰਦਾ, ਤੇ ਬਾਕੀ ਜਿਹੜੇ 200-400 ਬਚਦੇ ਆ ਉਹ ਲੈਦੀਆਂ ਧਿਰਾਂ ਦੇ ਨੇ। ਠੀਕ ਹੈ ਜੀ, ਆਪਣਾ 350 ਲੈ ਕੇ ਆਓ। ਜਿਹੜਾ 300 ਹੈਗਾ ਉਹ ਆਊਗਾ, ਸਾਰੀਆਂ ਦੀਆਂ ਵੋਟਾਂ ਬਣਨਗੀਆਂ। ਜਿਹੜੇ ਉਹ ਹੈਗੇ ਨੇ ਉਹ ਅਗਰ ਉਹਨਾਂ ਦੇ ਵਿੱਚੋਂ ਅਪਲਾਈ ਵੀ ਕਰਦਾ 100 ਬੰਦਾ, 500 ਬੰਦਾ ਵੀ ਉਹਨਾਂ ਦੇ 300 ਵੀ ਅਪਲਾਈ ਕਰਦਾ, ਉਹਨਾਂ ਵਿੱਚੋਂ ਅੱਧੇ ਨਾਲੋਂ ਵੱਧ ਦੀਆਂ ਰਿਪੋਰਟਾਂ ਰਿਜੈਕਟ ਕਰਕੇ ਮਾਰਨਗੇ। ਪਰ ਵੋਟ ਉਹ ਉੱਥੇ ਹੀ ਜਿੱਤ ਗਏ। ਸਮਝ ਰਹੇ ਇਸ ਚੀਜ਼ ਨੂੰ? ਬਿਲਕੁਲ ਮੈਂ ਸਮਝ ਰਿਹਾ ਜੀ। ਵੋਟ ਹੀ ਨਹੀਂ ਬਣਾਣੀ ਇਹਨਾਂ ਨੇ ਆਪਣੇ ਐਂਟੀ ਬੰਦੇ ਦੀ। ਐਗਜ਼ੈਕਟਲੀ ਗੱਲ ਉੱਥੇ, ਕਿਉਂਕਿ ਸਾਰਾ ਕੁਝ ਉਹਨਾਂ ਦੇ ਹੱਥ 'ਚ ਹੈ। ਕਹਿਣ ਲੱਗਿਆ ਵੀ ਸਾਨੂੰ ਵੀ ਚਲੋ ਬਚਪਨ ਤੋਂ ਹੀ ਆਪਾਂ ਗੁਰਸਿੱਖੀ ਨਾਲ ਜੁੜੇ ਹੋਏ ਆ, ਅੰਮ੍ਰਿਤਧਾਰੀ ਆ ਪਰਿਵਾਰ ਸਾਰਾ, ਪਰ ਅੱਜ ਤੱਕ ਅਸੀਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਵਿੱਚ ਕਦੇ ਵੀ ਵੋਟ ਨਹੀਂ ਪਾਈ ਅਸੀਂ ਜੀ। ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਵੋਟ ਚੋਣ ਹੋਈ ਹੈ, ਕਦੋਂ ਨਹੀਂ ਹੋਈ ਹੈ। ਹੋਏਗੀ ਤਾਂ ਸਾਨੂੰ ਪਤਾ ਲੱਗੇਗਾ ਨਾ। ਜਦ ਤੱਕ ਦੀ ਮੈਂ ਸੂਰਤ ਸੰਭਾਲੀ ਹੈ, ਮੇਰੇ ਦੇਖਣ 'ਚ ਤਾਂ ਆਇਆ ਨਹੀਂ ਵੀ ਕਦੇ ਇਹਨਾਂ ਦੀ ਚੋਣ ਹੋਈ ਹੋਵੇ। ਆਪੇ ਹੀ ਇਹਨਾਂ ਦੇ ਪ੍ਰਧਾਨ ਲੱਗ ਜਾਂਦੇ ਨੇ। ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਮੈਨੂੰ ਲੱਗਦਾ ਕਿ ਇਸ ਵਾਰ ਮਿਸਟਰ ਨਾਰੰਗ ਨੇ, ਜਿਹਨਾਂ ਨੂੰ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਸੈਂਟਰ ਵੱਲੋਂ, ਤੇ ਉਹ ਜਦੋਂ 4 ਮਹੀਨੇ ਪਹਿਲਾਂ ਬਹੁਤ ਰੌਲਾ ਪਿਆ ਸੀਗਾ ਵੀ ਵੋਟਾਂ ਹੋਣ ਲੱਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ। ਠੀਕ ਹੈ, ਉਹ ਉਦੋਂ ਤਾਂ ਹੀ ਰੌਲਾ ਪਿਆ ਸੀਗਾ। ਓਕੇ, ਬਟ ਉਸ ਤੋਂ ਬਾਅਦ ਅਜੇ ਤੱਕ 4 ਮਹੀਨੇ ਹੋ ਚੁੱਕੇ ਆ। ਉਸ ਤੋਂ ਬਾਅਦ ਅਜੇ ਤੱਕ DCs ਨੂੰ ਆਰਡਰ ਕਿਉਂ ਨਹੀਂ ਗਏ ਕਿ ਵੋਟਾਂ ਬਣਵਾਈਆਂ ਜਾਣ?
ਕੱਲੇ ਸਿੱਖ ਦੀ ਵੋਟ ਬਣਨੀ ਚਾਹੀਦੀ ਹੈ ਜੀ। ਬਿਲਕੁਲ ਜੀ, ਬਣਨੀ ਚਾਹੀਦੀ ਹੈ। ਮਤਲਬ ਮਾਨ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੇਰੀ ਗੱਲ ਹੋਈ ਸੀ ਜਦੋਂ, ਉਹਨਾਂ ਨੇ ਕਲੀਅਰਲੀ ਕਿਹਾ ਵੀ ਅਸੀਂ ਵੋਟਾਂ ਬਣਾਵਾਂਗੇ, ਬਹੁਤ ਛੇਤੀ ਅਸੀਂ ਇੱਧਰਲੇ ਪਾਸੇ ਕਾਰਜ ਕਰ ਰਹੇ ਹਾਂ ਤੇ ਪੁਰਾਣੀਆਂ ਸਾਰੀਆਂ ਕੈਂਸਲ ਕਰਕੇ ਬਣਾਵਾਂਗੇ। ਇਹ ਗੱਲ ਮੈਨੂੰ ਮਤਲਬ ਅਹੁਦੇਦਾਰਾਂ ਵੱਲੋਂ ਉਸ ਸਮੇਂ ਕਹੀ ਗਈ ਸੀ, ਪਰ ਉਸ ਤੋਂ ਬਾਅਦ ਲਗਾਤਾਰ ਮਤਲਬ ਹੁਣ ਤਾਈਆਂ SGPC ਦੀਆਂ ਸਾਹਮਣੇ ਰੱਖੀਆਂ ਜਾ ਰਹੀਆਂ ਨੇ। ਦੱਸਿਆ ਜਾ ਰਿਹਾ ਹਰ ਐਪੀਸੋਡ ਦੇ ਵਿੱਚ ਮਾਨ ਸਾਹਿਬ ਨੂੰ, ਮਾਨ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਵਾਰ-ਵਾਰ ਵੀ ਤੁਸੀਂ ਆਡਿਟ ਕਰਵਾਓ। ਆਡਿਟ ਤੁਹਾਡੇ ਕੋਲ ਹੀ ਪਿਆ ਆ, ਉਹਨਾਂ ਆਡਿਟਸ ਦੇ ਵਿੱਚ ਹੀ ਬਹੁਤ ਵੱਡੇ ਘਪਲੇ ਨੇ। ਤੁਸੀਂ, ਮੈਂ ਤੁਹਾਨੂੰ ਸਿੰਪਲ ਜੀ ਇੱਕ ਐਗਜ਼ਾਮਪਲ ਦੇ ਦਿੰਦਾ ਆ, ਆਡਿਟ ਦੇ ਵਿੱਚ ਅਗਰ ਇਹ ਚਾਹਣ ਕਰੋੜਾਂ ਦੇ ਘਪਲੇ ਉੱਥੇ ਨਿਕਲ ਆਉਣਗੇ। ਬਿਲਕੁਲ। ਇਹਨਾਂ ਦੀਆਂ ਜਿਹੜੀਆਂ ਮਤਲਬ 12-13 ਦਾ ਜਿਹੜਾ ਆਡਿਟ ਹੈ ਨਾ, ਹਾਂਜੀ, ਉਹਦੇ ਵਿੱਚ ਤੁਸੀਂ ਸਿਰਫ ਗਲਿਆਰਾ ਸਕੀਮ ਜਿਹੜੀ ਹੈ, ਹਾਂਜੀ, ਗਲਿਆਰਾ ਸਕੀਮ ਦੇ ਵਿੱਚ ਜਿਹੜਾ ਕੇਂਦਰ ਵੱਲੋਂ ਪੈਸਾ ਆਂਦਾ ਆ, ਹਾਂਜੀ, ਉਹਦਾ ਵਿਆਜ ਕਿੰਨਾ ਆ ਉਹ ਦੇਖ ਲਿਓ, ਤੇ ਅੱਜ ਦੀ ਤਰੀਕ ਦੇ ਵਿੱਚ ਦੇਖ ਲਿਓ ਗਲਿਆਰਾ ਸਕੀਮ ਜਿਹੜੀ ਹੈ ਉਹਦਾ ਵਿਆਜ ਕਿੰਨਾ ਆ ਤੇ ਕਿੱਧਰ ਆ। ਅੱਜ ਦੀ ਤਰੀਕ 'ਚ ਹੈ ਹੀ ਨਹੀਂ ਉਹ, ਹੈ ਹੀ ਨਹੀਂ। ਠੀਕ ਹੈ, ਜਿਹੜਾ ਉਸ ਵੇਲੇ ਰਾਊਂਡ 5.5 ਜਾਂ 6.5 ਕਰੋੜ ਸੀਗਾ ਸਿਰਫ ਵਿਆਜ। ਹੁਣ ਜੇ ਇਸ ਰਕਮ ਦਾ ਵਿਆਜ ਕਰੋੜਾਂ 'ਚ ਆ, ਉਹ ਰਕਮ ਕਿੰਨੀ ਹੋਊਗੀ? ਬਿਲਕੁਲ ਬਿਲਕੁਲ ਸਿੰਪਲ ਜੀ ਚੀਜ਼ ਹੈ। ਮੈਂ ਤਾਂ ਸਰਕਾਰ ਨੂੰ, ਮੈਂ ਤਾਂ ਆંકੜਿਆਂ ਦੇ ਨਾਲ ਦੱਸ ਰਿਹਾ ਹਾਂ ਵੀ ਸਰਕਾਰ ਆਪ ਦੇਖ ਲਵੇ ਇਹ ਚੀਜ਼ਾਂ। ਹਾਂ ਬਿਲਕੁਲ, ਵੀ ਜੇ ਮੈਂ ਕਿਤੇ ਗਲਤ ਹੋਵਾਂ ਤਾਂ ਮੈਨੂੰ ਦੱਸੋ, ਫਿਰ ਮੈਂ ਤੁਹਾਡੀ ਮਦਦ ਕਰਦਾ। ਮੈਂ ਕੀ ਕਰਦਾ, ਸੰਗਤ ਆ ਕੇ ਕਰ ਦੂਗੀ ਮਦਦ ਬਥੇਰੀ, ਜਿਹਨਾਂ ਨੂੰ ਨੌਲੇਜ ਹੈਗਾ ਇਸ ਚੀਜ਼ ਨੂੰ ਲੈ ਕੇ। ਇਹ ਹੁਣ ਤੁਸੀਂ ਅਗਰ ਕਿਤੇ ਕਿਸੇ ਕੰਪਨੀ 'ਚ ਕੰਮ ਕਰਦੇ ਹੋ, ਸਪੋਜ਼ ਕਿਸੇ ਫਰਮ 'ਚ, ਤਾਂ ਤੁਹਾਡਾ TA DA PF ਉਹ ਸਾਰਾ ਕੁਛ ਕੱਟਦਾ ਹੈ, ਤੁਹਾਨੂੰ ਮਿਲਦਾ ਹੈ। ਬਿਲਕੁਲ ਠੀਕ ਹੈ। ਹੁਣ ਇਹਨਾਂ ਦਾ ਜਿਹੜਾ PF ਡਿਪਾਰਟਮੈਂਟ ਹੈਗਾ ਆ, ਦੇਖੋ ਪ੍ਰੋਵੀਡੈਂਟ ਫੰਡ ਇੱਕ ਐਸੀ ਚੀਜ਼ ਹੈ, ਤੁਸੀਂ ਚਾਹੇ ਕਿਸੇ ਦਾ ਕਤਲ ਕਰਕੇ ਸਜ਼ਾ ਕੱਟ ਰਹੇ ਹੋ, ਹਾਂਜੀ, ਸਮਝਣ ਵਾਲੀ ਚੀਜ਼ ਹੈ। ਅਗਰ ਤੁਸੀਂ ਸਜ਼ਾ ਕੱਟ ਕੇ ਬਾਹਰ ਆ ਗਏ, ਤੁਸੀਂ ਆਪਣਾ PF ਕਲੇਮ ਕਰਕੇ ਲੈ ਸਕਦੇ ਹੋ। ਉਹ ਤੁਹਾਡੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਹੈ। ਬਿਲਕੁਲ ਠੀਕ ਹੈ, ਜਿਹਨੇ ਤੁਹਾਨੂੰ ਬੁਢਾਪੇ ਦੇ ਵਿੱਚ ਸਹਾਰਾ ਦੇਣਾ ਹੈ। ਬਿਲਕੁਲ। ਤੇ ਉਸ ਤੋਂ ਪਹਿਲਾਂ ਅਗਰ ਤੁਸੀਂ ਕੋਈ ਕੰਪਨੀ ਛੱਡ ਦਿੰਦੇ ਹੋ ਤਾਂ ਉਹ ਵੀ ਉਹਦੀਆਂ ਲੀਗਲ ਫਾਰਮੈਲਿਟੀਜ਼ ਜਿਹੜੀਆਂ PF ਦੀਆਂ ਹੈਗੀਆਂ ਨੇ, ਤੁਸੀਂ ਉਹ ਕਲੀਅਰ ਕਰ ਦਿਓ ਤੇ ਤੁਹਾਨੂੰ ਉਹ ਮਿਲ ਜਾਂਦਾ। ਹਾਂ, ਤੁਹਾਡਾ PF ਮਿਲ ਜਾਏਗਾ। ਪਰ ਇਹਨਾਂ ਨੇ ਕੀ ਕੀਤਾ ਹੈ ਵੀ ਆਪਣੇ ਆਪ ਹੀ ਮਤਲਬ ਬੰਦਿਆਂ ਨੂੰ ਫ੍ਰੀ ਕਰ ਦਿੰਦੇ ਨੇ, ਆਪਣੇ ਆਪ ਸਸਪੈਂਡ ਕਰਦੇ ਨੇ। ਪੁਲਿਸ ਫੋਰਸ ਇਹਨਾਂ ਦੀ ਆਪਣੀਆਂ, ਠੀਕ ਹੈ, ਕੋਰਟਾਂ ਕਚਹਿਰੀਆਂ ਇਹਨਾਂ ਦੀਆਂ ਆਪਣੀਆਂ ਨੇ, ਤਾਂ ਇਹ PF ਤੱਕ ਰੋਕ ਲੈਂਦੇ ਨੇ। ਓਕੇ। ਮਤਲਬ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਕੇਸਿਸ ਲੋਕਾਂ ਦੇ ਲੱਗੇ ਹੋਏ ਨੇ, ਟੀਚਰਸ ਦੇ ਲੱਗੇ ਹੋਏ ਨੇ, ਪ੍ਰੋਫੈਸਰਸ ਦੇ ਲੱਗੇ ਹੋਏ ਨੇ, ਜਿਹਨਾਂ ਦੇ PF ਫਸਾ ਕੇ ਬੈਠੇ ਆ। ਅੱਛਾ। ਗ੍ਰੈਜੂਏਟੀ ਫਸਾਈ ਹੋਈ ਆ, ਠੀਕ ਹੈ, ਉਹਨੂੰ ਨਹੀਂ ਕਰਦੇ। ਤੇ ਜਿਹੜਾ ਗੁਨੇਗਾਰ ਕਵਲਜੀਤ ਸੀਗਾ 328 ਸਰੂਪਾਂ ਦੇ ਵਿੱਚ, ਨਿਸ਼ਾਂਤ ਸੀਗਾ, ਠੀਕ ਹੈ, ਕਵਲਜੀਤ ਨੂੰ ਸਮੇਂ ਤੋਂ ਪਹਿਲਾਂ ਸਸਪੈਂਡ ਕਰ ਦਿੱਤਾ ਜਾਂਦਾ ਹੈ ਪਹਿਲਾਂ। ਫਿਰ ਪਤਾ ਲੱਗਦਾ ਵੀ ਉਹ ਕਿਸੇ ਮੈਂਬਰ ਦਾ ਜਾਣਕਾਰ ਹੈ ਜਾਂ ਰਿਸ਼ਤੇਦਾਰ ਹੈ। ਅੱਛਾ। ਫਿਰ ਇਹਨਾਂ ਦੇ ਧਿਆਨ ਚ ਆਉਂਦਾ, ਯਾਰ ਇਹਨੂੰ ਤਾਂ ਸਸਪੈਂਡ ਕਰਤਾ, ਹੁਣ ਇਹਦੇ ਫੰਡ ਕਿੱਦਾਂ ਕਲੀਅਰ ਕਰੀਏ ਅਸੀਂ? ਫੰਡ ਤਾਂ ਕਲੀਅਰ ਹੋ ਨਹੀਂ ਸਕਦੇ। ਕਾਲੀ ਦੇ ਵਿੱਚ ਉਹਨੂੰ ਫਿਰ ਤੋਂ ਬਹਾਲ ਕਰਦੇ ਨੇ, ਸਾਰੇ ਫੰਡ ਕਲੀਅਰ ਕਰਕੇ ਫਿਰ ਤੋਂ ਸਸਪੈਂਡ ਕਰ ਦਿੰਦੇ, ਮਤਲਬ ਸੇਵਾ ਮੁਕਤ ਕਰ ਦਿੱਤਾ ਜਾਂਦਾ। ਅੱਛਾ, ਇੱਕ ਵਾਰੀ ਬਹਾਲ ਕਰਕੇ ਫਿਰ ਕਲੀਅਰ ਕਰਕੇ ਫਿਰ ਸੇਵਾ ਮੁਕਤ। ਠੀਕ ਹੈ। ਹੁਣ ਇਹ ਧੋਖਾ ਨਹੀਂ ਹੈ? ਬਿਲਕੁਲ। ਹਾਂਜੀ। ਕਈ ਅਜਿਹੇ ਨੇ ਜਿਹਨਾਂ ਨੂੰ ਸਸਪੈਂਡ ਕੀਤਾ ਹੋਇਆ ਆ, ਉਹ ਮੈਂ ਅਗਲੇ ਐਪੀਸੋਡਸ ਦੇ ਵਿੱਚ ਵਿਦ ਪ੍ਰੂਫ ਦੱਸ ਦਾਂਗਾ, ਵਿਦ ਨੇਮ ਦੱਸ ਦਾਂਗਾ। ਸਸਪੈਂਡ ਕੀਤਾ ਹੋਇਆ ਜੀ ਇੱਕ ਬੰਦਾ ਇਹਨਾਂ ਨੇ। ਅੱਛਾ। ਉਹਨੂੰ ਫੇਰ ਵੀ ਘਰ ਬੈਠੇ ਨੂੰ ਆਈ ਥਿੰਕ 25% ਪਤਾ ਨਹੀਂ 30% ਤਨਖਾਹ ਦਿੱਤੀ ਜਾ ਰਹੀ ਹੈ ਘਰੇ ਬੈਠੇ ਨੂੰ। ਹੁਣ ਇਹ ਕਿਹੜੇ ਪਾਸੇ ਦਾ ਅਸੂਲ ਹੈ? ਜੇ ਸਸਪੈਂਡ ਹੈ ਤਾਂ ਪੂਰੀ ਤਰ੍ਹਾਂ ਸਸਪੈਂਡ ਹੈ ਉਹ ਬੰਦਾ। ਬਿਲਕੁਲ ਠੀਕ ਹੈ। ਤੇ ਜੇ ਉਹ ਗੁਨੇਗਾਰ ਨਹੀਂ ਹੈ ਤਾਂ ਫਿਰ ਉਹਨੂੰ ਬਹਾਲ ਕਰੋ ਤੁਸੀਂ। ਬਿਲਕੁਲ। ਹਾਂਜੀ। ਸੋ ਇਹ ਜਿਹੜੇ ਦੋਹਰੇ ਮਾਪਦੰਡ ਨੇ ਨਾ, ਵੀ ਅਸੀਂ ਜੋ ਮਰਜ਼ੀ ਕਰੀਏ, ਸਾਡੀ ਮਰਜ਼ੀ ਹੈ, ਸਾਨੂੰ ਬੋਲਣ ਵਾਲਾ ਹੈ ਕਿਹੜਾ? ਕਿਉਂਕਿ ਕੋਈ ਜਿਹੜਾ ਬੋਲਦਾ ਸੀਗਾ ਉਹਨਾਂ ਦੀ ਇਹ ਜ਼ੁਬਾਨ ਬੰਦ ਕਰਵਾ ਦਿੰਦੇ ਸੀਗੇ, ਉਹਨਾਂ ਨੂੰ ਇਹ ਬੋਲਣ ਨਹੀਂ ਸੀ ਦਿੰਦੇ। ਤੁਹਾਨੂੰ ਕੀ ਲੱਗਦਾ ਹੁਣ ਜਿਸ ਹੱਦ ਤੱਕ ਤੁਸੀਂ ਬੋਲ ਚੁੱਕੇ ਹੋ ਤੇ ਜਿੱਥੇ ਤੱਕ ਇਹ ਹੁਣ ਮੁਹਿੰਮ ਪਹੁੰਚ ਗਈ ਹੈ, ਇਹਦਾ ਸਿੱਟਾ ਕੀ ਨਿਕਲਣਾ ਚਾਹੀਦਾ? ਕੋਈ ਨਿਕਲ ਸਕਦਾ? ਕਿਉਂਕਿ ਬੜੇ ਬੰਦੇ ਪਹਿਲਾਂ ਵੀ ਖੜੇ ਹੋਏ, ਮੁੜ ਕੇ ਬਿਠਾ ਦਿੱਤਾ ਗਿਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਵੀ। ਦੇਖੋ ਜੀ, ਮੈਂ ਤਾਂ ਸਿੰਪਲ ਇੱਕੋ ਹੀ ਗੱਲ ਕਹਾਂਗਾ, ਗੁਰੂ ਰਾਮਦਾਸ ਭਲੀ ਕਰੇ। ਜੇ ਉਸ ਵਾਹਿਗੁਰੂ ਨੇ, ਕਿਉਂਕਿ ਮੈਂ ਕਦੀ ਸੋਚਿਆ ਨਹੀਂ ਸੀ ਵੀ ਇੱਧਰਲੇ ਪਾਸੇ ਆਊਂਗਾ ਜਾਂ ਪੰਗਾ ਲਊਂਗਾ। ਜੇ ਉਸ ਗੁਰੂ ਰਾਮਦਾਸ ਨੇ ਇਸ ਰਾਹ ਤੇ ਤੋਰਿਆ ਨਾ, ਤਾਂ ਤੁਹਾਨੂੰ, ਤੁਸੀਂ ਮੈਨੂੰ ਹੁਣ ਤੇ ਨਹੀਂ ਬਹੁਤ ਸਾਲਾਂ ਤੋਂ ਜਾਣਦੇ ਹੋ, 10 ਤੋਂ 15 ਸਾਲ ਹੋ ਗਏ ਆ ਮੇਰੇ ਨਾਲ ਵਾਹ ਪਾਏ ਨੂੰ ਤੁਹਾਨੂੰ, ਤੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕਿੱਦਾਂ ਦੀ ਮੇਰੀ ਤਸਵੀਰ ਹੈ। ਬਿਲਕੁਲ। ਤੇ ਪਿੱਛੇ ਤਾਂ ਹੁਣ ਤਾਂ ਕੋਈ ਮਤਲਬ ਨਹੀਂ ਹੈ। ਹੁਣ ਤਾਂ ਮਤਲਬ ਹੀ ਨਹੀਂ, ਹੁਣ ਤਾਂ ਤੇ ਮਰਨੇ ਤੇ ਕਿਆ ਡਰਪਣਾ ਜਬ ਹਾਦਸਾ ਹੋਣਾ ਲਈ, ਹੁਣ ਤਾਂ ਉਹ ਅਵਸਥਾ ਹੋਈ ਪਈ ਹੈ। ਬਿਲਕੁਲ। ਤੇ ਹੁਣ ਤਾਂ ਇਹ ਹੈ ਵੀ ਜਾਂ ਤਾਂ ਇਹ ਸੁਧਰਨਗੇ
ਜੇ ਨਹੀਂ ਸੁਧਰੇ ਤਾਂ ਸਿੱਧੀ ਜੀ ਗੱਲ ਆ, ਜਿੱਦਾਂ ਮਹੰਤ ਕੱਢੇ ਸੀ ਉਦਾਂ ਸਾਨੂੰ ਕੱਢਣੇ ਪੈਣਗੇ 101%। ਫਿਰ ਉਦਾਂ ਨੀਚੇ ਸ਼ੋਅ ਦੇ ਕਮੈਂਟ ਪੜ੍ਹ ਲਿਆ ਕਰੋ। ਹਲੇ ਤੱਕ ਤਾਂ ਮੈਂ ਸੰਗਤ ਨੂੰ ਬੇਨਤੀ ਕਰਕੇ ਕਹਿਣਾ ਆ ਵੀ ਨਹੀਂ, ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਆ। ਪਰ ਕੱਲ ਇਹਨਾਂ ਨੇ ਇੱਕ ਨੌਜਵਾਨ ਪਰਸੋਂ ਐਤਵਾਰ ਨੂੰ ਦਰਬਾਰ ਸਾਹਿਬ ਇੰਨਾ ਕੁੱਟਿਆ, ਕਿਉਂ? ਗਰਮੀ ਜ਼ਿਆਦਾ ਸੀਗੀ, ਗਰਮੀ ਕਰਕੇ ਉਹ ਬਾਬਾ ਬੁੱਢਾ ਸਾਹਿਬ ਦੀ ਬੇਰੀ ਦੇ ਕੋਲ ਬੇਹੋਸ਼ ਹੋ ਗਿਆ ਮੁੰਡਾ। ਅੱਛਾ। ਉਸ ਨੌਜਵਾਨ ਨੂੰ ਇਹਨਾਂ ਦੇ ਜਿਹੜੇ ਉੱਥੇ ਮਤਲਬ ਫਲਾਈਂਗ ਦੀ ਟੀਮ ਹੈ, ਜਿਹੜੇ ਵੀ ਅੰਦਰ ਹੈਗੇ ਨੇ ਗਲਿਆਰੇ ਦੇ ਵਿੱਚ ਬੰਦੇ ਘੁੰਮਦੇ ਨੇ, ਉਹਨਾਂ ਨੇ ਉਸ ਨੌਜਵਾਨ ਨੂੰ ਮਤਲਬ ਹਾਲ ਚਾਲ ਤਾਂ ਉਹਦਾ ਕੀ ਪੁੱਛਣਾ ਸੀਗਾ, ਉਹਦੀ ਦਵਾਈ ਦਾਰੂ ਤਾਂ ਕੀ ਕਰਾਣੀ ਸੀ, ਘੜੀਸ ਕੇ ਉੱਥੋਂ ਬੇਹੋਸ਼ ਨੂੰ 50 ਨੰਬਰ ਕਮਰੇ 'ਚ ਲੈ ਗਏ। 50 ਨੰਬਰ ਕਮਰੇ 'ਚ ਲਿਜਾ ਕੇ ਉਹਨੂੰ ਮੁੰਡੇ ਨੂੰ ਮਾੜਾ ਮੋਟਾ ਹੋਸ਼ ਆਇਆ ਹੋਊਗਾ ਤਾਂ ਹੋਸ਼ ਆਉਂਦੇ ਉਹਦੇ ਚਪੇੜਾ, ਅਮਰਧਾਰੀ ਬੱਚਾ, ਅੱਛਾ, ਚਪੇੜਾਂ ਧਰਨੀਆਂ ਸ਼ੁਰੂ ਕਰਤੀਆਂ, ਕੇਸ ਖਿਲਾਰ ਤੇ ਕੰਗਾ ਕੀਤੇ ਗਿਆ, ਡਾਂਗਾ ਮਾਰ ਮਾਰ ਕੇ ਇੰਨਾ ਕੁੱਟਿਆ ਉਹਨੂੰ ਕਿ ਕਕਾਰ ਤੱਕ ਉਹਦੀ ਸ਼੍ਰੀ ਸਾਹਿਬ ਤੱਕ ਤੋੜਤੀ। ਕਾਰਨ ਇਹ ਉਹਨਾਂ ਨੂੰ ਮਤਲਬ ਲੱਗਿਆ ਵੀ ਸ਼ਾਇਦ ਇਸ ਬੰਦੇ ਨੇ ਨਸ਼ਾ ਕੀਤਾ। ਠੀਕ ਹੈ, ਥੋੜਾ ਦੇਖਣਾ ਤਾਂ ਚਾਹੀਦਾ, ਪਤਾ ਲੱਗ ਜਾਂਦਾ। ਨਹੀਂ, ਨਸ਼ਾ ਅਗਰ ਨਸ਼ਾ ਕੀਤਾ ਵੀ ਹੈ, ਤੁਸੀਂ ਬਿਨਾਂ ਕਨਫਰਮੇਸ਼ਨ ਤੋਂ ਕਿੱਦਾਂ ਕਹਿ ਸਕਦੇ ਹੋ? ਅਗਰ ਉਹ ਬੇਹੋਸ਼ ਹੋ ਗਿਆ, ਬੇਹੋਸ਼ ਹੋਣ ਦਾ ਇੱਕ ਰੀਜ਼ਨ ਥੋੜੀ, ਐਤਵਾਰ ਨੂੰ ਬਹੁਤ ਭੀੜ ਹੁੰਦੀ ਹੈ ਦਰਬਾਰ ਸਾਹਿਬ, ਪੈਰ ਰੱਖਣ ਨੂੰ, ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਤੇ ਤੁਸੀਂ ਬਿਮਾਰ ਬੱਚੇ ਨੂੰ ਚੱਕ ਕੇ ਲੈ ਜਾਂਦੇ, ਉਹ ਵੀ ਅਮਰਧਾਰੀ ਬੱਚਾ ਆ ਜਿਹੜਾ ਹਮੇਸ਼ਾ ਹਰ ਸੰਡੇ ਉਸ ਪਿੰਡ ਤੋਂ ਬੱਸ ਭਰ ਕੇ ਜਾਂਦੀ ਹੈ ਦਰਬਾਰ ਸਾਹਿਬ। ਉਹਦੇ ਨਾਲ ਕੋਈ ਨਹੀਂ ਸੀ, ਉਹਦੇ ਘਰ ਦਾ ਆ ਕੋਈ ਸੰਗਤ ਉਹਦੇ ਨਾਲ? ਸੰਗਤ ਨਾਲ ਸੀਗੀ, ਪਰ ਸੰਗਤ ਸਾਰੀ ਹੁਣ ਆਪਾਂ ਜਾਂਦੇ ਹਾਂ ਤਾਂ ਇਕੱਠੇ ਗਰੁੱਪਾਂ ਦੇ ਵਿੱਚ ਬੀਬੀਆਂ ਬੇਸ਼ੱਕ ਰਹਿ ਜਾਂਦੀਆਂ ਨੇ, ਨੌਜਵਾਨ ਇਹਨਾਂ ਦੀ ਸੇਵਾ ਕਰਨੀ ਉਹ ਇੱਧਰ ਉੱਧਰ ਹੋ ਜਾਂਦੇ ਨੇ ਸਾਰੇ ਦੇ ਸਾਰੇ। ਸੋ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ, ਕੋਈ ਮਰੇ ਕੋਈ ਜੀਏ, ਸੁਥਰਾ ਘੋਲ ਬਤਾਸੇ ਪੀਏ। ਉਸ ਨੌਜਵਾਨ ਦਾ ਕੱਲ ਐਪੀਸੋਡ ਚਲਾਇਆ ਮੇਰੇ ਚੈਨਲ ਉੱਤੇ, ਚੱਲਿਆ ਸਾਰਾ ਮੈਂ ਇੰਟਰਵਿਊ ਉਹਦੀ ਨੌਜਵਾਨ ਦੀ। ਉਸੇ ਨੌਜਵਾਨ ਨੇ? ਹਾਂ, ਉਹ ਨੌਜਵਾਨ ਤਾਂ ਬਹੁਤ ਜ਼ਿਆਦਾ ਬਿਮਾਰ ਸੀਗਾ, ਹਸਪੀਟਲਾਈਜ਼ ਸੀਗਾ। ਭਾਈ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਤੋਂ ਭਾਈ ਸੁਖਜੀਤ ਸਿੰਘ ਜੀ ਖੋਸਾ ਜੀ ਪਹੁੰਚੇ ਹੋਏ ਸੀ, ਮੇਰੀ ਸਾਰੀ ਟੀਮ ਪਹੁੰਚੀ ਹੋਈ ਸੀ ਉੱਥੇ, ਸਾਰਿਆਂ ਨਾਲ ਗੱਲਬਾਤ ਕੀਤੀ। ਤੇ ਤਰਾਸਦੀ, ਮੈਂ ਟਾਈਟਲ ਵੀ ਇਹੀ ਪਾਇਆ ਸੀਗਾ ਵੀ ਧਾਮੀ ਸਾਹਿਬ SGPC ਗੁਰੂ ਘਰਾਂ ਤੋਂ ਸਿੱਖ ਸੰਗਤ ਨੂੰ ਤੋੜਨ ਦਾ ਕਿੰਨਾ ਲੈ ਰਹੀ ਆ ਤੇ ਕੌਣ ਦੇ ਰਿਹਾ ਆ। ਬਿਲਕੁਲ। ਸੋ ਸੰਗਤ ਜੀ, ਇਹ ਵੀ ਐਪੀਸੋਡ ਦਾ ਲਿੰਕ ਹੈ ਜਿਹੜਾ ਅਸੀਂ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗੇ, ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਉਹ ਵੀ ਦੇਖ ਸਕਦੇ ਹੋ ਆਪ ਜੀ। ਤਾਂ ਪ੍ਰੀਤ ਜੀ, ਇੱਕ ਗੱਲ ਹੋਰ ਮੈਂ ਜਾਣਨੀ ਚਾਹਾਂਗਾ ਕਿ ਉਦੋਂ ਇੱਕ ਦੋ ਦਿਨ ਪਹਿਲਾਂ ਭਾਈ ਵਡਾਲਾ ਜੀ ਵੀ ਤੁਹਾਡੇ ਨਾਲ ਬੈਠੇ ਸੀਗੇ, ਗੱਲਬਾਤ ਕਰ ਰਹੇ ਸੀ, ਉਹ ਵੀ ਸ਼੍ਰੋਮਣੀ ਕਮੇਟੀ ਦੇ ਖਿਲਾਫ ਕਾਫੀ ਸਮੇਂ ਤੋਂ ਮੁਹਿੰਮ ਉਹਨਾਂ ਨੇ ਵੀ ਛੇੜੀ ਹੋਈ ਹੈ, ਤੇ ਇੱਕ ਦੋ ਵਾਰੀ ਵੋਟਾਂ ਵੀ ਉਹਨਾਂ ਨੇ ਲੜੀਆਂ ਨੇ, ਪਰ ਚਲੋ ਹਜੇ ਤੱਕ ਸਫਲਤਾ ਤਾਂ ਨਹੀਂ ਮਿਲੀ। ਉਹਨਾਂ ਦੇ ਵਿਚਾਰ ਤੇ ਤੁਹਾਡੇ ਵਿਚਾਰ ਕਿੰਨੇ ਕੁ ਮੇਲ ਖਾ ਰਹੇ ਨੇ, ਕਿ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ? ਦੇਖੋ, ਮੈਂ ਤਾਂ ਪਹਿਲਾਂ ਕਿਹਾ ਵੀ ਜਿਹੜਾ ਗੁਰੂ ਪੰਥ ਗੁਰੂ ਗ੍ਰੰਥ ਦੀ ਗੱਲ ਕਰੂਗਾ, ਜਿਹੜਾ ਸ਼ਬਦ ਗੁਰੂ ਦੀ ਗੱਲ ਕਰੂਗਾ, ਹਾਂਜੀ ਠੀਕ ਹੈ, ਉਹ ਮੇਰੇ ਨਾਲ ਮੋਢਾ ਲਾ ਕੇ ਨਹੀਂ ਤੁਰ ਰਹੇ, ਮੈਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਨਹੀਂ ਤੁਰ ਰਿਹਾ। ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਰਡ ਆਸਰੇ ਅਧੀਨ ਚੱਲ ਰਹੇ ਹਾਂ। ਬਿਲਕੁਲ, ਇਹ ਤਾਂ ਹੈ। ਤੇ ਅਸੀਂ ਜਿਹੜੇ ਨਰੈਣੂ ਮਹੰਤ ਗੁਰੂ ਘਰਾਂ 'ਚ ਅੱਜ ਬੜੇ ਹੋਏ ਆ, ਜਿਹੜੇ ਸਾਨੂੰ ਪੰਥਕ ਆਗੂ ਦੱਸਦੇ ਆ, ਜਿਹੜੇ ਸਾਡੇ 'ਚ ਊਣਤਾਈਆਂ ਲੱਭਦੇ ਆ ਪਰ ਉਹਨਾਂ ਦੇ ਹੱਥ ਪੱਲੇ ਨਹੀਂ ਪੈਂਦੀਆਂ, ਉਹਨਾਂ ਨੂੰ ਕੱਢਣ ਵਾਸਤੇ ਜਿਹੜੇ ਵੀ ਇੱਕ ਮੰਚ ਤੇ ਇਕੱਠੇ ਹੁੰਦੇ ਨੇ, ਚਾਹੇ ਭਾਈ ਬਲਦੇਵ ਸਿੰਘ ਸਿਰਸਾ ਨੇ, ਭਾਈ ਬਲਦੇਵ ਸਿੰਘ ਵਡਾਲਾ ਜੀ ਨੇ, ਭਾਈ ਨਾਗੋਕੇ ਜੀ ਨੇ ਹਜ਼ੂਰੀ ਰਾਗੀ, ਹੋਰ ਸਿੱਖ ਸੰਗਤ ਹੈ, ਭਾਈ ਖੋਸਾ ਜੀ ਨੇ, ਹੋਰ ਬਹੁਤ ਸਾਰੀਆਂ ਤੁਹਾਡੀ ਜਥੇਬੰਦੀ ਹੈ, ਹੋਰ ਚੰਡੀਗੜ੍ਹ ਬਹੁਤ ਜਥੇਬੰਦੀਆਂ ਉਦੋਂ ਪਹੁੰਚੀਆਂ ਸੀਗੀਆਂ। ਮੈਂ ਪਹਿਲਾਂ ਹੀ ਸੰਗਤ ਨੂੰ ਕਹਿ ਚੁੱਕਿਆ ਵੀ ਹੁਣ ਮੂਵਮੈਂਟ ਜਿਹੜੀ ਹੈ ਇਹ ਛਾਨਣਾ ਲਾ ਕੇ ਤੁਹਾਨੂੰ ਕਲੀਅਰ ਦੱਸੂਗੀ ਵੀ ਸਾਡੇ ਅਸਲ ਪੰਥਕ ਆਗੂ ਕਿਹੜੇ ਨੇ, ਜਿਹੜੇ ਚਾਹੁੰਦੇ ਨੇ ਕਿ ਗੁਰੂ ਘਰਾਂ ਦੀ ਤੇ ਕੌਮ ਦੀ ਚੜ੍ਹਦੀ ਕਲਾ ਹੋਵੇ, ਸਾਡੀਆਂ ਇਤਿਹਾਸਿਕ ਧਰੋਹਰਾਂ ਨੂੰ ਢਹਿ ਕਰਕੇ ਪੱਥਰ ਨਾ ਜੜਿਆ ਜਾਵੇ। ਬਿਲਕੁਲ, ਕਿਉਂਕਿ ਸੰਗਮਰਮਰ ਇਹ ਮਕਬਰਿਆਂ ਦੀ ਸ਼ੋਭਾ ਹੁੰਦਾ ਸੀ ਕਦੀ, ਬਿਲਕੁਲ, ਜਿਹੜਾ ਇਹਨਾਂ ਨੇ ਅੱਜ ਸਾਡੇ ਗੁਰੂ ਘਰਾਂ ਦੀ ਸ਼ੋਭਾ ਬਣਾਤਾ। ਬਿਲਕੁਲ, ਤੇ ਓਬਵੀਅਸ ਆ ਵੀ ਇਹਨਾਂ ਨੇ ਅੱਧੇ ਨਾਲ ਵੱਧ ਗੁਰੂ ਘਰ ਮਕਬਰਿਆਂ ਵਾਂਗ ਹੀ ਕਰਤੇ, ਕਿਉਂਕਿ ਉਹਨਾਂ ਮਾਰਬਲ ਜਿਹੜਾ ਲੱਗਿਆ ਚਿੱਟਾ ਸੰਗਮਰਮਰ ਲਾਇਆ ਨਾ, ਉਹਦੇ ਥੱਲੇ ਸਾਡਾ ਇਤਿਹਾਸ ਦਫਨ ਹੈ। ਬਿਲਕੁਲ। ਸੋ ਇਹ ਚੀਜ਼ਾਂ ਸੰਗਤ ਨੂੰ ਸਮਝ ਨਹੀਂ ਆਉਂਦੀਆਂ। ਤੇ ਦੂਜਾ, ਕਾਰ ਸੇਵਾ ਵਾਲਿਆਂ ਦੀ ਪਹਿਲਾਂ ਵੀ ਗੱਲ ਕੀਤੀ ਸੀ, ਬਾਬਿਆਂ ਦੀ, ਉਹਨਾਂ ਦੀ ਲੋੜ ਕੀ ਸੀ? ਕਾਰ ਸੇਵਾ ਵਾਲਿਆਂ ਦੀ ਉਹਨਾਂ ਦੀ ਲੋੜ ਇਸ, ਕਿਉਂਕਿ ਤੁਸੀਂ ਦੇਖੋ ਇਤਿਹਾਸਿਕ ਕੋਈ ਵੀ ਗੁਰੂ ਘਰ ਹੈ। ਪ੍ਰੀਤ ਜੀ, ਮੈਂ ਦੱਸਣਾ ਚਾਹਾਂਗਾ, ਛੋਟੇ ਹੁੰਦਿਆਂ ਮੈਂ ਆਪਣੇ ਦਾਦਾ ਜੀ ਨਾਲ ਦੁਖਨਿਵਾਰਨ ਸਾਹਿਬ ਜਾਂਦਾ ਸੀ, ਤੇ ਉੱਥੇ ਨਾ ਗੋਲੀਆਂ ਦੇ ਨਿਸ਼ਾਨ ਸੀਗੇ ਕੰਧਾਂ ਦੇ। ਬਿਲਕੁਲ ਜੀ, ਬਿਲਕੁਲ, ਪੈਨਸਿਲ ਦੇ ਨਾਲ ਮਾਰ ਕੀਤੇ ਹੋਏ ਸੀਗੇ। ਤੇ ਮੈਂ ਪੁੱਛਿਆ ਆਪਣੇ ਦਾਦਾ ਜੀ ਨੂੰ ਵੀ ਆਹ ਕੀ ਹੈ, ਕਿਉਂ ਨਿਸ਼ਾਨ ਹੈ, ਉਰੇ ਖੱਡਾ ਕਿਉਂ ਹੈ? ਤਾਂ ਦਾਦਾ ਜੀ ਨੇ ਫਿਰ ਮੈਨੂੰ ਸਾਰੀ ਗੱਲ ਦੱਸੀ
ਬਈ ਇੱਥੇ ਹਮਲਾ ਹੋਇਆ ਸੀ ਫੌਜ ਦਾ 1984 ਦੇ ਵਿੱਚ ਜੀ, ਤੇ ਉਹਨਾਂ ਨੇ ਗੋਲੀਆਂ ਚਲਾਈਆਂ ਸੀ, ਗੋਲੀਆਂ ਦੇ ਨਿਸ਼ਾਨ ਮੈਂ ਵੀ ਦਰਸ਼ਨ ਕੀਤੇ ਹੋਏ ਨੇ, ਅਸੀਂ ਵੀ ਦੇਖੇ ਤੇ ਮੈਨੂੰ ਯਾਦ ਹੈ ਕੱਲ ਦੀ ਤਰ੍ਹਾਂ। ਪਰ ਦੁਖਾਂਤ ਇਹ ਹੈ ਵੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਬੱਚੇ ਸਾਡੇ ਕਿਉਂ ਨਹੀਂ ਪੁੱਛਦੇ, ਕਿਉਂਕਿ ਉੱਥੇ ਹੈ ਹੀ ਨਹੀਂ ਕੁਝ ਪੁੱਛਣ, ਉਹ ਛੱਡੋ, ਤੁਸੀਂ ਛੱਡੇ ਹੀ ਨਹੀਂ ਉਹਨਾਂ ਨੇ। ਤੁਸੀਂ ਇਹ ਦੱਸੋ, ਜੇ ਅੱਜ ਵੀ ਉਹ ਨਿਸ਼ਾਨ ਉਦਾਂ ਹੁੰਦੇ ਤਾਂ ਸਾਡੇ ਬੱਚਿਆਂ ਨੇ ਸਾਨੂੰ ਪੁੱਛਣਾ ਸੀ ਵੀ ਬਾਬਾ ਆਹ ਨਿਸ਼ਾਨ ਕਾਹਦਾ, ਇੱਥੇ ਕਿਉਂ ਲਿਖਿਆ ਹੋਇਆ, ਕੁਝ ਵੀ ਹੈ, ਕੀ ਹੈ, ਤੇ ਅਸੀਂ ਦੱਸਦੇ ਉਹਨਾਂ ਨੂੰ। ਸੋ ਇਹ ਬਹੁਤ ਦੁਖਾਂਤ ਵਾਲੀ ਗੱਲ ਹੈ ਜਿਹੜੀ ਕਿ ਕਾਰ ਸੇਵਾ ਵਾਲਿਆਂ ਦੀ, ਸਾਡੀਆਂ ਨਿਸ਼ਾਨੀਆਂ ਜਿਹੜੀਆਂ ਪਟਿਆਲੇ ਦੇ ਵਿੱਚ ਦੁਖਨਿਵਾਰਨ ਸਾਹਿਬ ਦੀ ਗੱਲ ਕਰਦੇ ਹੋ, ਤੇ ਜਿਹੜਾ ਉੱਥੇ ਬੋਰਡ ਸਾਹਿਬ ਸੀਗਾ, ਬਿਲਕੁਲ ਹਾਂਜੀ, ਉਹ ਦੇਖੋ ਧੱਕੇ ਨਾਲ ਰਾਤੋਂ ਰਾਤ ਇਹਨਾਂ ਨੇ ਪੱਟਿਆ, ਰਾਤੋਂ ਰਾਤ ਸੰਗਤ ਪੱਟਣ ਨਹੀਂ ਸੀ ਦਿੰਦੀ, ਪਰ ਰਾਤੋਂ ਰਾਤ ਇਹਨਾਂ ਨੇ ਗਾਇਬ ਕਰ ਦਿੱਤਾ। ਤੇ ਗੁਰੂ ਤੇਗ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਉੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਕੀਤਾ, ਬਿਲਕੁਲ ਉੱਥੇ ਨਾਲ ਆਪਣਾ ਮਹਾਰਾਜ ਨੇ ਘੋੜਾ ਬੰਨਿਆ ਸੀਗਾ। ਤੇ ਇਹਨਾਂ ਨੂੰ ਇੱਕ ਵਾਰ ਨਹੀਂ, ਇਹਨਾਂ ਦੇ ਦਿਲ ਦੇ ਵਿੱਚ ਡਰ ਨਹੀਂ ਆਣਾ, ਕਿਉਂਕਿ ਦੇਖੋ ਇਹ ਰਵਿੰਦਰ ਜੀ, ਇਹ ਗੱਲਾਂ ਸਿਰਫ ਤੁਹਾਨੂੰ ਮੈਨੂੰ ਹੀ ਨਹੀਂ, ਸੰਗਤ ਨੂੰ ਵੀ ਸਮਝਣੀਆਂ ਪੈਣੀਆਂ ਨੇ। ਸਾਡਾ ਇਤਿਹਾਸ ਸਿਰਫ ਤਾਂ ਮਿਟਾਇਆ ਜਾ ਰਿਹਾ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਪਨੀਰੀਆਂ ਦੇਖਣ ਨੂੰ ਸਿੱਖ ਲੱਗਣ, ਅੰਦਰੋਂ ਉਹ ਕੇਸਾਧਾਰੀ ਹਿੰਦੂ ਹੀ ਹੋਣ। ਬਿਲਕੁਲ ਜੋ RSS ਜੋ ਚਾਹੁੰਦੀ ਹੈ, ਉਹ ਏਜੰਡੇ ਪੂਰੇ ਹੋ ਰਹੇ ਨੇ, ਬਾਏ ਹੁੱਕ ਔਰ ਬਾਏ ਕਰੁੱਕ ਉਹ ਪੂਰੇ ਕੀਤੇ ਜਾ ਰਹੇ ਨੇ। ਬਿਲਕੁਲ। ਸੋ ਇਹਦੇ ਵਿੱਚ ਕੋਈ ਦੁਰਾਹਾ ਨਹੀਂ ਹੈ ਕਿ ਅਸੀਂ ਕੀ ਕਰਨਾ ਆ, ਤੇ ਇਹਦੇ ਵਿੱਚ ਕੋਈ ਸ਼ੰਕੇ ਵੀ ਨਹੀਂ ਹੈ ਵੀ ਉਹ ਕੀ ਕਰ ਰਹੇ ਨੇ। ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ, ਆਪਣੀ ਛੇੜੀ ਹੋਈ ਮੁਹਿੰਮ ਹੈ ਜਿਹੜੀ ਉਹ ਸਿਰੇ ਤੱਕ ਪਹੁੰਚੇ, ਸਾਨੂੰ ਸਫਲਤਾ ਮਿਲੇ, ਤੇ ਇਹੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਦੇ ਨਿਤਾ ਪ੍ਰਤੀ ਹੈ। ਤੇ ਬਾਕੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਆਪ ਜੀ ਦੇ ਕੀਮਤੀ ਸਮੇਂ ਦੇ ਵਿੱਚੋਂ ਆਪ ਜੀ ਨੇ ਇੰਟਰਵਿਊ ਚਲਦੀ ਗੱਡੀ ਦੇ ਵਿੱਚ ਆਪਾਂ ਇੰਟਰਵਿਊ ਕਰ ਰਹੇ ਹਾਂ, ਤੇ ਬਹੁਤ ਜ਼ਰੂਰੀ ਕਾਰਜ 'ਤੇ ਜਾ ਰਹੇ ਹਾਂ। ਚਲੋ ਗੁਰੂ ਸਾਹਿਬ ਕਿਰਪਾ ਕਰਨ, ਸਫਲਤਾ ਬਖਸ਼ਿਸ਼ ਕਰਨ। ਚੜ੍ਹਦੀ ਕਲਾ ਸਾਡੇ ਵਰਗੇ ਸਿੰਘ ਨਾਲ ਹੈਗੇ ਨੇ, ਤੇ ਬਹੁਤ ਸਾਰੀ ਸੰਗਤ ਹੈ, ਚੜ੍ਹਦੀ ਕਲਾ ਵਾਲੇ ਸਿੰਘ ਦੇਸ਼ਾਂ ਵਿਦੇਸ਼ਾਂ ਤੋਂ ਨਾਲ ਜੁੜੇ ਹੋਏ ਨੇ, ਬਜ਼ੁਰਗ ਮਾਵਾਂ ਬੀਬੀਆਂ ਭੈਣਾਂ ਦਿਨ ਰਾਤ ਅਰਦਾਸਾਂ ਕਰਦੀਆਂ ਨੇ। ਬਾਕੀ ਮੈਂ ਸੰਗਤ ਨੂੰ ਥੋੜ੍ਹਾ ਜਿਹਾ ਦੱਸਣਾ ਵੀ ਚਾਹਾਂਗਾ ਕਿ ਇਹ ਜਿਹੜੀ ਮੁਹਿੰਮ ਛੇੜੀ ਹੈ, ਇਹ ਕਾਰਜ ਜਿਹੜਾ ਕੀਤਾ, ਇੰਨਾ ਸੌਖਾ ਨਹੀਂ ਕਰਨਾ, ਇਹਦੇ ਵਾਸਤੇ ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ, ਆਪਣੇ ਘਰਦਿਆਂ ਤੱਕ ਨੂੰ ਛੱਡਣਾ ਪੈਂਦਾ, ਆਪਣੇ ਪਰਿਵਾਰ ਨੂੰ ਛੱਡਣਾ ਪੈਂਦਾ, ਤਾਂ ਜਾ ਕੇ ਕਿਤੇ ਇਹੋ ਜਿਹੇ ਰਸਤੇ ਦੇ ਉੱਤੇ ਆਪਾਂ ਤੁਰ ਸਕਦੇ ਹਾਂ। ਵੀ ਸੁਣਨ ਨੂੰ ਤਾਂ ਬੰਦੇ ਨੂੰ ਲੱਗਦਾ ਵੀ ਸੌਖਾ ਹੀ ਹੈ, ਵੀ ਚਲੋ ਬੋਲ ਦੇਣਾ, ਬਹਿ ਕੇ ਇੱਕ ਐਪੀਸੋਡ ਬਣਾ ਦੇਣਾ, ਪਰ ਜਦੋਂ ਆਪਾਂ ਵਿਚਰਦੇ ਹਾਂ, ਦੇਖਦੇ ਹਾਂ, ਨਾਲ ਬਹਿ ਕੇ, ਨਾਲ ਚੱਲ ਕੇ, ਪਤਾ ਫਿਰ ਲੱਗਦਾ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ। ਭਾਈ ਰਵਿੰਦਰ ਸਿੰਘ ਜੀ ਰਾਜੇ ਗੱਲ ਤਾਂ ਬੋਲ ਰਹੇ ਨੇ, ਕਿਉਂਕਿ ਇਹਨਾਂ ਨੂੰ ਅੱਜ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਮੇਰੇ ਨਾਲ ਕਿਤੇ ਇਹ ਕਿਸੇ ਕਾਰਜ ਤੇ, ਮੇਰੇ ਕਿਸੇ ਕਾਰਜ ਤੇ ਨਾਲ ਚੱਲੇ ਨੇ। ਖੈਰ ਮੇਰਾ ਨਹੀਂ, ਪੰਥ ਦਾ ਹੀ ਕਾਰਜ ਹੈ, ਪਰ ਇਹ ਗੱਲ ਅਹਿਸਾਸ ਇਹਨਾਂ ਨੂੰ ਹੋ ਗਿਆ ਇਸ ਚੀਜ਼ ਦਾ, ਉਨਾ ਹੀ ਬਹੁਤ ਹੈ ਕਿ ਇਹ ਅਹਿਸਾਸ ਹੋਣਾ ਵੀ ਬਹੁਤ ਵੱਡੀ ਗੱਲ ਹੈ। ਸੱਚੀ ਸੰਗਤ ਜੀ, ਇਹ ਅਹਿਸਾਸ ਹੋਣਾ ਵੀ ਬਹੁਤ ਵੱਡੀ ਗੱਲ ਹੈ ਵੀ ਅਸੀਂ ਪਰਿਵਾਰ ਵਾਸਤੇ, ਮਾਪਿਆਂ ਵਾਸਤੇ, ਬੱਚਿਆਂ ਵਾਸਤੇ ਜਿਉਂਦੇ ਹਾਂ। ਸਾਨੂੰ ਜੇ ਕੌਮ ਵਾਸਤੇ ਜਿਉਣ ਲਈ ਇੱਕ ਛਣ ਵੀ ਮਿਲਦਾ ਹੈ ਨਾ, ਤੇ ਉਹ ਸਾਡੀ ਸਾਰੀ ਜ਼ਿੰਦਗੀ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਜੇ ਅਸੀਂ ਕੌਮ ਵਾਸਤੇ ਕੁਛ ਕਰਦੇ ਹਾਂ। ਬਾਕੀ ਮੈਂ ਵਿੱਚ ਦੀ ਗੱਲ ਨਹੀਂ ਦੱਸਾਂਗਾ, ਫਿਰ ਕਿਸੇ ਦਿਨ ਦੱਸਾਂਗਾ ਕਿ ਕਿਉਂ ਰਵਿੰਦਰ ਰਾਜ ਜੀ ਨੇ ਇਹ ਗੱਲ ਕਹੀ ਹੈ। ਠੀਕ ਹੈ, ਪੜਦਾ ਵੀ ਚਾਹੀਦਾ ਥੋੜ੍ਹਾ ਜਿਹਾ। ਬਾਕੀ ਗੁਰੂ ਸਾਹਿਬ ਕਿਰਪਾ ਕਰਨ, ਆਪਣੇ ਵੱਲੋਂ ਤਾਂ ਪੂਰਾ ਅਸੀਂ ਤਿਆਰ ਰਹੀਦਾ ਜੀ, ਤੇ ਬਹੁਤ ਸਾਰੀਆਂ ਮਜਬੂਰੀਆਂ ਨੇ ਜਿਹੜੀਆਂ, ਉਹ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਪੈ ਜਾਂਦਾ ਉਹਨਾਂ ਦਾ ਵੀ ਕਈ ਵਾਰੀ। ਬਾਕੀ ਜਦੋਂ ਗੁਰੂ ਸਾਹਿਬ ਨੇ ਆ ਸੇਵਾ ਲੈਣੀ ਹੈ ਤਾਂ ਫਿਰ ਤਾਂ ਸਭ ਕੁਝ ਆਪੇ ਹੀ ਮਹਾਰਾਜ ਨੇ ਲੈ ਲੈਣੀ ਹੈ, ਉਹ ਫਿਰ ਕਿਸੇ ਤੋਂ ਪੁੱਛਣ ਦੀ ਜਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਉਹ ਸੇਵਾ ਤਾਂ ਮਹਾਰਾਜ ਫਿਰ ਕਲਾ ਹੀ ਵਰਤਾਉਂਦੇ ਨੇ ਜਦੋਂ ਫਿਰ ਉਹ ਸੇਵਾ ਹੁੰਦੀ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਦਿੱਲੀ ਕਿਉਂ ਗਿਆ ਸੀ। ਦਿੱਲੀ ਮੈਂ ਇੱਕ ਨਵੀਂ ਪਟੀਸ਼ਨ ਫਾਈਲ ਕਰਕੇ ਆਇਆ ਜੀ, ਸਿਰਫ ਆਪਣੇ ਵੱਲੋਂ, ਕਿਸੇ ਵੱਲੋਂ ਨਹੀਂ, ਸਿਰਫ ਆਪਣੇ ਵੱਲੋਂ ਇੱਕ ਨਵੀਂ ਪਟੀਸ਼ਨ ਫਾਈਲ ਕਰਕੇ ਆਇਆ, ਕਿਉਂਕਿ ਇਹ 3 ਨਾਮ ਜਿਹੜੇ ਨੇ, ਐਡਵੋਕੇਟ ਈਸ਼ਰ ਸਿੰਘ, ਹਰਪ੍ਰੀਤ ਕੌਰ, ਹਰਲੀਨ ਕੌਰ, ਇਹ ਕੁਝ ਨਾਮ ਨੇ, ਕੁਝ SGPC ਦੇ ਅਜਿਹੇ ਘਪਲੇ ਸੀਗੇ ਜਿਨ੍ਹਾਂ ਦੇ ਵਿੱਚ SGPC ਵੱਲੋਂ ਆਪ ਇਹਨਾਂ ਨੂੰ FIR ਦਰਜ ਕਰਵਾਉਣੀ ਚਾਹੀਦੀ ਸੀ, ਪਰ ਇਹਨਾਂ ਨੇ ਉਹਨਾਂ ਮੁਲਜ਼ਮਾਂ ਦੇ ਉੱਤੇ FIR ਦਰਜ ਨਹੀਂ ਕਰਵਾਈ। ਕਿਉਂ ਨਹੀਂ ਕਰਵਾਈ, ਉਹਦਾ ਜਵਾਬ ਅਸੀਂ ਬਹੁਤ ਵਾਰ ਮੰਗ ਲਿਆ, ਪਰ ਇਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ। ਪੰਜਾਬ ਸਰਕਾਰ ਦੇ ਅੱਗੇ ਬਹੁਤ ਮੈਂ ਬੇਨਤੀ ਕੀਤੀ, ਬਹੁਤ ਵਾਰ ਮੈਂ ਮਿੰਨਤਾਂ ਕੀਤੀਆਂ ਨੇ, ਪਰ ਪੰਜਾਬ ਸਰਕਾਰ ਖੈਰ ਕੰਮ ਕਰ ਰਹੇ ਨੇ, ਉਹ ਨੋ ਡਾਊਟ, ਵੀ ਇਹ ਨਹੀਂ ਕਹਿ ਸਕਦੇ ਕੰਮ ਨਹੀਂ ਕਰ ਰਹੇ, ਪਰ ਫਿਰ ਵੀ ਇੱਕ ਕਨਫਿਊਜ਼ਨ ਸੀ ਵੀ ਅਗਰ 328 ਪਾਵਨ ਸਰੂਪਾਂ ਦਾ ਮਾਮਲਾ ਹੈ, ਜਾਂ ਸੋਨੇ ਦੇ ਕਲਸ਼ ਦਾ ਮਾਮਲਾ ਹੈ, ਜਾਂ 7 ਕਿਲੋ ਸੋਨਾ ਚੋਰੀ ਹੋਣ ਦਾ ਮਾਮਲਾ, ਜਿਹਦੇ ਵਿੱਚ ਧਾਮੀ ਸਾਹਿਬ ਕਹਿ ਰਹੇ ਸੀ ਵੀ ਕੋਈ ਗੱਲ ਨਹੀਂ ਜੀ, 4 ਮਹੀਨੇ ਰਹਿ ਗਏ ਰੇਸ਼ਮ ਸਿੰਘ ਦੇ, ਰਿਟਾਇਰ ਹੋ ਜਾਣਾ ਹੈ ਉਹਨੇ। ਰਿਟਾਇਰ ਹੋ ਜਾਣ ਦਾ ਕੀ ਮਤਲਬ ਹੈ? ਸੰਗਤ ਨੂੰ ਜਵਾਬ ਚਾਹੀਦਾ ਕਿ 7 ਕਿਲੋ ਸੋਨਾ ਤੁਸੀਂ ਰਿਕਵਰ ਕਿੱਦਾਂ ਕਰੋਗੇ, ਉਹ ਤੁਸੀਂ ਪੈਸਾ ਕਿੱਦਾਂ ਰਿਕਵਰ ਕਰੋਗੇ? ਹਜ਼ਾਰਾਂ ਏਕੜ ਸਾਡੀਆਂ ਜ਼ਮੀਨਾਂ ਨੇ, ਉਹਨਾਂ ਦੇ ਪੈਸੇ ਕਿੱਥੇ ਨੇ? ਕੀ ਸਾਨੂੰ ਉਹਦਾ ਮੁਆਵਜ਼ਾ ਆਉਂਦਾ, ਕੀ ਸਾਨੂੰ ਉਹਦਾ ਪੈਸਾ ਆਉਂਦਾ ਹੈ, ਕਿੰਨਿਆਂ ਨੂੰ ਠੇਕੇ 'ਤੇ ਦਿੱਤੀ ਹੋਈ ਹੈ, ਕਿਹੜੇ-ਕਿਹੜੇ EMPLOYEES ਨੇ ਜਿਹੜੇ
ਡਿਜ਼ਰਵ ਕਰਦੇ ਨੇ ਜਿਹੜੀਆਂ ਪੋਜੀਸ਼ਨਸ ਤੇ ਉਹ ਅੱਜ ਹੈਗੇ ਨੇ, ਤੇ ਕਿਹੜੇ EMPLOYEES ਨੇ ਜਿਹੜੇ ਡਿਜ਼ਰਵ ਹੀ ਨਹੀਂ ਕਰਦੇ ਉਹ ਪੋਜੀਸ਼ਨਸ ਜਿਹਨਾਂ ਤੇ ਅੱਜ ਉਹ ਹੈਗੇ ਨੇ, ਤੇ ਜਿਹੜੇ ਡਿਜ਼ਰਵ ਕਰਦੇ ਨੇ ਉਹਨਾਂ ਪੋਜੀਸ਼ਨਸ ਨੂੰ, ਜਿਹੜੇ ਅੱਜ ਮੈਨੇਜਰ ਹੋਣੇ ਚਾਹੀਦੇ ਸੀ, ਸਕੱਤਰ ਜਾਂ ਇੰਚਾਰਜ ਹੋਣੇ ਚਾਹੀਦੇ ਸੀ, ਉਹ ਅੱਜ ਵੀ ਥੱਲੇ ਨੇ ਬਹੁਤ ਜ਼ਿਆਦਾ। ਤੇ ਜਿਹੜੇ ਤਲਵੇ ਚੱਟ ਨੇ ਕੁਝ, ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ, ਉਹਨਾਂ ਦੀਆਂ ਤਨਖਾਹਾਂ ਵੀ ਵਧਾਈਆਂ ਨੇ, ਚਾਹੇ ਗ੍ਰੇਡ ਬਣਦੇ ਹੋਣ ਜਾਂ ਨਾ ਬਣਦੇ ਹੋਣ। ਸੋ ਇਹ ਕੁਝ ਅਜਿਹੇ ਸਵਾਲ ਸੀਗੇ ਜਿਨ੍ਹਾਂ ਨੂੰ ਲੈ ਕੇ ਮੈਂ ਆਪ ਦਿੱਲੀ ਗਿਆ ਤੇ ਮੈਂ ਇਕਬਾਲ ਸਿੰਘ ਜੀ ਲਾਲਪੁਰਾ ਨੂੰ ਮਿਲਿਆ ਹੈ, ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੂੰ, ਤੇ ਉਹਨਾਂ ਨੂੰ ਸਤਿਕਾਰ ਦੇ ਨਾਲ ਮੈਂ ਇਹੀ ਬੇਨਤੀ ਕੀਤੀ ਹੈ ਵੀ ਸਾਨੂੰ ਭਾਈ ਜੀ ਈਸ਼ਰ ਸਿੰਘ, ਬੀਬੀ ਹਰਪ੍ਰੀਤ ਕੌਰ, ਬੀਬੀ ਹਰਲੀਨ ਕੌਰ ਸਾਹਮਣੇ ਚਾਹੀਦੇ ਨੇ, ਜਿਨ੍ਹਾਂ ਨੇ ਇਹ ਰਿਪੋਰਟ ਬਣਾਈ 1100 ਪੰਨਿਆਂ ਦੀ। ਕਿਉਂਕਿ ਕਮਿਸ਼ਨ ਬਣਿਆ, ਇਹ ਰਿਪੋਰਟ ਪੜਤਾਲ ਹੋਈ, ਪੈਸੇ ਕਿੱਥੋਂ ਦਿੱਤੇ ਗਏ? ਗੁਰੂ ਘਰ ਦੀ ਗੋਲਕ ਵਿੱਚੋਂ ਦਿੱਤੇ ਗਏ। ਹੁਣ ਅਗਰ ਗੁਰੂ ਘਰ ਦੀ ਗੋਲਕ ਚੋਂ ਪੈਸਾ ਗਏ ਨੇ ਤੇ 1100 ਪੰਨਿਆਂ ਦੀ ਗਲਤ ਰਿਪੋਰਟ ਸਿਰੇ ਤੋਂ ਸਿਰੇ ਤੱਕ ਜਿਹਨੂੰ ਅਸੀਂ ਖਾਰਜ ਕਰ ਸਕਦੇ ਹਾਂ, ਉਹ ਰਿਪੋਰਟ ਤਿਆਰ ਕੀਤੀ ਗਈ। ਕਿਉਂ ਕੀਤੀ ਗਈ? ਸਿੱਖ ਸੰਗਤ ਦੀਆਂ ਅੱਖਾਂ 'ਚ ਘੱਟਾ ਕਿਉਂ ਪਾਇਆ ਗਿਆ? ਨੋ ਡਾਊਟ ਇੱਕ ਦੋ ਚੀਜ਼ਾਂ ਅੱਛੀਆਂ ਵੀ ਨਹੀਂ ਇਸ ਰਿਪੋਰਟ ਦੇ ਵਿੱਚ, ਠੀਕ ਹੈ। ਹੁਣ ਪਤਾ ਨਹੀਂ ਉਹ ਈਸ਼ਰ ਸਿੰਘ ਨੇ ਕਿਹੜੇ ਹਿਸਾਬ ਦੇ ਨਾਲ ਸਹੀ ਕਰ ਦਿੱਤੀਆਂ, ਜਿੱਦਾਂ ਸੀਏ ਕੋਹਲੀ ਦੇ ਕੋਲੋਂ 7.5 ਕਰੋੜ ਰੁਪਈਆ ਵਾਪਸ ਲੈਣਾ, ਪਰ ਇਸ ਰਿਪੋਰਟ ਦਾ ਚਾਹੇ ਸਿਰੇ ਤੋਂ ਸਿਰੇ ਤੱਕ ਖਾਰਜ ਕਰਨ ਵਾਲੀ ਇਹ ਰਿਪੋਰਟ ਹੈ ਸਿਰਫ 328 ਪਾਵਨ ਸਰੂਪਾਂ ਨੂੰ ਲੈ ਕੇ। ਪਰ ਇਸ ਦੇ ਵਿੱਚ ਜੋ ਰਿਪੋਰਟ 'ਚ ਬਿਆਨ ਦਰਜ ਕੀਤੇ ਗਏ ਨੇ EMPLOYEES ਵੱਲੋਂ, ਜਾਂ ਜਿਹੜੇ ਮਤਲਬ EMPLOYEE ਸੀਗੇ ਇਹਨਾਂ ਦੇ SGPC ਦੇ, ਜਾਂ ਜਿਹੜੇ ਵੀ ਉਹ ਇੰਚਾਰਜ ਸੀਗੇ, ਸਕੱਤਰ ਸੀਗੇ, ਸਟੋਰ ਕੀਪਰ ਸੀਗੇ, XYZ, ਜੋ ਵੀ ਉਹਨਾਂ ਨੇ ਜੋ ਉਹਨਾਂ ਦੇ ਬਿਆਨ ਲਿੱਤੇ ਗਏ, ਉਹ ਬਿਆਨ ਸ਼ੁਕਰ ਕਰਕੇ ਮੈਂ ਮਤਲਬ ਸ਼ੁਕਰ ਕਰਦੇ ਹਾਂ ਵੀ ਐਜ਼ ਇਟ ਐਜ਼ ਨੇ ਇਸ 1100 ਪੰਨਿਆਂ ਦੀ ਰਿਪੋਰਟ 'ਚ, ਤੇ ਉਹ ਬਿਆਨ ਬਹੁਤ ਕੁਝ ਜ਼ਾਹਿਰ ਕਰਦੇ ਨੇ। ਸਿਰਫ 328 ਪਾਵਨ ਸਰੂਪਾਂ ਦਾ ਘਪਲਾ ਨਹੀਂ ਉਹ ਸ਼ੋਅ ਕਰਦੇ, ਉਸ ਤੋਂ ਇਲਾਵਾ ਬਹੁਤ ਸਾਰੇ ਘਪਲੇ ਸ਼ੋਅ ਕਰਦੇ ਨੇ। ਜੁਝਾਰ ਸਿੰਘ ਦਾ ਇੱਕ ਮੈਂ ਬਿਆਨ ਪੜ੍ਹਿਆ ਸੀ ਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਵੀ ਇਹਨਾਂ ਦੀ ਜਿਹੜੀ ਲੰਗਰ ਖਰੀਦ ਕਮੇਟੀ ਹੈ, ਜੇਕਰ ਇਹਦੇ ਵਿੱਚ ਹੀ ਸੁਧਾਰ ਹੋ ਜਾਵੇ ਤਾਂ ਮਤਲਬ ਲੱਖਾਂ ਕਰੋੜਾਂ ਦੇ ਘਪਲੇ ਮਤਲਬ ਜੱਗ ਜ਼ਾਹਿਰ ਹੋ ਸਕਦੇ ਨੇ ਤੇ ਬਚ ਸਕਦੇ ਨੇ ਪੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਪਰ ਸਾਡੀ ਬਦਕਿਸਮਤੀ ਹੈ ਕਿ ਉਹਨਾਂ ਨੂੰ ਸ਼ਾਇਦ ਇੰਨਾ ਕਿ ਡਰਾਇਆ ਤੇ ਧਮਕਾਇਆ ਗਿਆ ਕਿ ਜੁਝਾਰ ਸਿੰਘ ਨੇ ਸਿਰਫ ਇੱਕ ਵਾਰ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ, ਉਹ ਮੈਂ ਸੰਗਤ ਦੇ ਰੂਬਰੂ ਕਰਤੀ ਸੀ, ਉਸ ਤੋਂ ਬਾਅਦ ਉਹਨਾਂ ਨੇ ਕਦੀ ਫੋਨ ਚੱਕਿਆ ਹੀ ਨਹੀਂ। ਹੁਣ ਸਵਾਲ ਇੱਥੇ ਆ ਕੇ ਖੜਾ ਹੁੰਦਾ ਕਿ ਮੈਨੂੰ ਮਾਈਨੋਰਿਟੀ ਕਮਿਸ਼ਨ ਜਾ ਕੇ ਉਹਨਾਂ ਨੂੰ ਇਹ ਕੰਪਲੇਨ ਕਿਉਂ ਦੇਣੀ ਪਈ? ਮੈਨੂੰ ਇਸ ਕਰਕੇ ਦੇਣੀ ਪਈ ਕਿ ਕੱਲ ਨੂੰ ਰੱਬ ਨਾ ਕਰੇ ਜੇ ਮੈਨੂੰ ਕੁਝ ਹੋ ਵੀ ਜਾਂਦਾ ਹੈ ਤਾਂ ਐਵੀਡੈਂਸ ਜੋ ਵੀ ਹੈਗੇ ਨੇ, ਕਿਉਂਕਿ ਐਵੀਡੈਂਸ ਮੈਂ ਉਹ ਦੇ ਕੇ ਆਇਆ ਜਿਹੜੇ ਐਵੀਡੈਂਸ ਬਹੁਤ ਜ਼ਰੂਰੀ ਸੀਗੇ, ਬਚੇ ਹੋਣਗੇ। ਅਗਰ ਪੰਜਾਬ ਸਰਕਾਰ ਹਮਲਾ ਮਾਰਦੀ ਹੈ, ਕੁਝ ਕਰਦੀ ਹੈ, ਫਿਰ ਤਾਂ ਵੈਲ ਐਂਡ ਗੁੱਡ ਹੈ। ਨਹੀਂ ਕਰਦੇ ਤਾਂ ਕੱਲ ਨੂੰ ਕੋਈ ਵੀ ਸਿੱਖ ਸੰਗਤ ਵਿੱਚੋਂ ਉੱਠ ਕੇ ਜਾ ਕੇ ਇਸ ਦੀ ਪੈਰਵਾਈ ਕਰਕੇ ਇਸ ਕੇਸ ਨੂੰ ਅੱਗੇ ਤੋਰ ਸਕਦਾ ਹੈ। ਸੇਫ ਹੈਂਡ ਮੈਂ ਇਹ ਕੰਮ ਕਰਕੇ ਆਇਆ। ਮੈਨੂੰ ਪਤਾ ਬਹੁਤ ਜਾਣੇ ਹੁਣ ਇਹ ਵੀ ਐਲੀਗੇਸ਼ਨ ਲਾਉਣਗੇ ਜਾਂ ਇਹ ਵੀ ਕਹਿਣਗੇ ਕਿ ਮੈਨੂੰ ਸੈਂਟਰ ਸਰਕਾਰ ਕੋਲ ਜਾਣ ਦੀ ਕੀ ਲੋੜ ਸੀ, ਮੈਨੂੰ ਲਾਲਪੁਰਾ ਸਾਹਿਬ ਨੂੰ ਮਿਲਣ ਦੀ ਕੀ ਲੋੜ ਸੀ। ਵੀ ਸੈਣੀ ਜਿੱਦਾਂ ਪਹਿਲਾਂ ਕਹਿੰਦੇ ਨੇ ਕਿ BJP ਦਾ ਬੰਦਾ, ਹੁਣ RSS ਦਾ ਬੰਦਾ, ਸ਼ਿਵ ਸੈਨਾ ਦਾ ਬੰਦਾ। ਸੋ ਮੈਨੂੰ ਫਰਕ ਨਹੀਂ ਪੈਂਦਾ, ਕਿਉਂਕਿ ਜੇ ਸੈਣੀ ਨੂੰ ਚੱਕ ਕੇ ਜੇਲ੍ਹ 'ਚ ਸੁੱਟਿਆ ਹੁੰਦਾ ਨਾ, ਡੱਕਿਆ ਹੁੰਦਾ, ਤਾਂ ਫਿਰ ਤੁਸੀਂ ਕਿਹਦੇ ਅੱਗੇ ਮਿੰਨਤਾਂ ਕਰਨੀਆਂ ਸੀ? ਸੈਣੀ ਨੂੰ ਆਜ਼ਾਦ ਕਰੋ, ਪੰਜਾਬ ਸਰਕਾਰ ਅੱਗੇ। ਦੱਸੋ, ਤੁਹਾਡੇ ਤੋਂ ਪੁੱਛਦਾ ਆ। ਬੰਦੀ ਸਿੰਘ ਸਾਲ ਦਰ ਸਾਲ ਅੰਦਰ ਬੈਠੇ ਆ, ਚੰਡੀਗੜ੍ਹ ਦਾ ਹੱਕ ਅਸੀਂ ਮੰਗ ਰਹੇ ਹਾਂ, ਪੰਜਾਬ ਦੇ ਪਾਣੀਆਂ ਦਾ ਹੱਕ ਮੰਗ ਰਹੇ ਹਾਂ, ਕਾਲੀਆਂ ਝੰਡੀਆਂ ਲੈ ਕੇ ਅਸੀਂ ਰੋਸ਼ ਮੁਜ਼ਾਹਰੇ ਕਰਦੇ ਹਾਂ। ਕਿਹੜਾ ਅੱਗੇ ਕਰਦੇ ਹਾਂ? ਸੈਂਟਰ ਸਰਕਾਰ ਅੱਗੇ। ਅਸੀਂ ਅਗਰ ਬੰਦੀ ਸਿੰਘ ਰਿਹਾ ਕਰਵਾਉਣੇ ਨੇ, ਸਾਡੇ ਧਾਰਮਿਕ ਆਗੂ, ਸਾਡੇ ਸੰਤਰੀ, ਸਾਡੇ ਮੰਤਰੀ ਸਿੱਧਾ ਜਾ ਕੇ ਅਮਿਤ ਸ਼ਾਹ ਦੇ ਨਾਲ ਮੀਟਿੰਗਾਂ ਕਰਕੇ ਆਉਂਦੇ ਨੇ, ਉਹ ਅਸੀਂ ਫਿਰ ਕਿੱਦਾਂ ਪ੍ਰਵਾਨ ਕਰ ਲੈਂਦੇ ਹਾਂ? ਉਹ ਨਹੀਂ ਉਸ ਵੇਲੇ ਬਣਦੇ ਸੈਂਟਰ ਦੇ ਦਲਾਲ। ਮੈਂ ਸਿਰਫ ਇੱਕ ਕਦਮ ਇਸ ਕਰਕੇ ਚੱਕਿਆ ਆ ਕਿ ਮੈਂ ਆਪਣੇ ਹੁੰਦਿਆਂ ਹੋਇਆਂ ਆਪਣੇ ਹੱਥੀਂ ਆਪਣੀ ਪੈਰਵਾਈ ਕਰ ਲਾਂ ਜਿੰਨੀ ਕਰ ਸਕਦਾ, ਕਿਉਂਕਿ ਮੈਨੂੰ ਕੱਲ੍ਹ ਨੂੰ ਉਹ ਨਹੀਂ ਚਾਹੀਦਾ ਵੀ ਚੱਕ ਕੇ ਮੈਨੂੰ ਅੰਦਰ ਡੱਕਿਆ ਹੋਵੇ ਤੇ ਫਿਰ ਮੇਰੇ ਵਾਸਤੇ ਸੰਗਤ ਦਾ ਸਮਾਂ ਵੀ ਬਰਬਾਦ ਹੋਵੇ, ਪੈਸਾ ਵੀ ਬਰਬਾਦ ਹੋਵੇ, ਤੇ ਜਿਹੜੇ ਰੋਟੀਆਂ ਸੇਕਦੇ ਨੇ ਅਜਿਹੇ ਮਸਲਿਆਂ ਦੇ ਉੱਤੇ ਵੀ ਲਓ ਭਾਈ ਹੁਣ ਸੈਣੀ ਦਾ ਕੇਸ ਵੀ ਲੜਨਾ ਆ, ਸੈਣੀ ਦੇ ਪਰਿਵਾਰ ਦਾ ਵੀ ਧਿਆਨ ਰੱਖਣਾ ਆ, ਅਸੀਂ ਮੁਹਿੰਮ ਚਲਾਈ ਹੈ, ਸੰਗਤ ਜੀ ਲਿਆਓ ਭੇਜੋ ਪੈਸਾ। ਨਹੀਂ ਚਾਹੀਦਾ ਮੈਨੂੰ ਅਜਿਹਾ ਨਾਟਕ, ਮੈਨੂੰ ਅਜਿਹਾ ਕੁਝ ਨਹੀਂ ਚਾਹੀਦਾ। ਇਸ ਕਰਕੇ ਪਰਮਾਤਮਾ ਨੇ ਮੈਨੂੰ ਜਿੰਨੀ ਕਿ ਸਮੱਤ ਦਿੱਤੀ ਆ, ਉਸ ਸਮੱਤ ਦੇ ਹਿਸਾਬ ਨਾਲ ਮੈਂ ਚੱਲ ਰਿਹਾ ਹਾਂ। ਜਿਹਨਾਂ ਨੂੰ ਮੇਰਾ ਇਹ ਕਦਮ ਚੱਕਣਾ ਮਾੜਾ ਲੱਗਿਆ ਹੋਵੇ, ਮੈਂ ਹੱਥ ਬੰਨ੍ਹ ਕੇ ਮਾਫੀ ਮੰਗਦਾ ਤੁਹਾਡੇ ਤੋਂ। ਪਰ ਹਾਂ, ਜਿੰਨੀ ਕਿ ਪਰਮਾਤਮਾ ਨੇ ਮੈਨੂੰ ਸਮੱਤ ਬਖਸ਼ੀ ਹੈ, ਬੁੱਧੀ ਬਖਸ਼ੀ ਹੈ, ਮੈਂ ਉਸ ਹਿਸਾਬ ਨਾਲ ਚੱਲ ਰਿਹਾ, ਕਿਉਂਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਚੱਲਣਾ ਆ। ਅਸੀਂ ਕਾਨੂੰਨ ਦਾ ਸਹਾਰਾ ਲੈ ਕੇ, ਜਿਸ ਸੰਵਿਧਾਨ ਨੂੰ ਢਾਲ ਬਣਾ ਕੇ, ਦੋਹਰੇ ਮਾਪਦੰਡ ਬਣਾ ਕੇ
ਅਗਰ ਸਾਨੂੰ ਇਹ ਲਤਾੜ ਸਕਦੇ ਨੇ, ਮਾਰ ਸਕਦੇ ਨੇ, ਤਾਂ ਫਿਰ ਉਸੇ ਕਾਨੂੰਨ ਦਾ ਸਹਾਰਾ ਲੈ ਕੇ ਐਟਲੀਸਟ ਆਪਣੀ ਸਹੀ ਚੀਜ਼ ਅਸੀਂ ਉਸ ਮੰਚ ਤੱਕ ਵੀ ਪਹੁੰਚਾ ਸਕਦੇ ਹਾਂ, ਜਿੱਥੇ ਕੱਲ੍ਹ ਨੂੰ ਕਿਸੇ ਨੂੰ ਵੀ ਲੋੜ ਪੈਂਦੀ ਹੈ ਤਾਂ ਉੱਥੋਂ ਤੁਸੀਂ ਉਹ ਐਪਲੀਕੇਸ਼ਨ ਜਾਂ ਉਹ ਸਬੂਤ ਕੱਢ ਕੇ ਲਿਆ ਸਕੋ ਬਾਹਰ, ਮੈਂ ਹੋਵਾਂ ਨਾ ਹੋਵਾਂ। ਤਾਂ ਸੰਗਤ ਜੀ ਇਹ ਕਦਮ ਚੁੱਕਿਆ। ਉਮੀਦ ਕਰਦਾ ਤੁਸੀਂ ਮੇਰਾ ਸਾਥ ਜਿੱਦਾਂ ਦਿੰਦੇ ਆਏ ਹੋ ਉੱਦਾਂ ਹੀ ਦਿਓਗੇ। ਅਤੇ ਕਿਉਂਕਿ ਅਗਰ ਅਸੀਂ ਇਹ ਗੰਦ ਸਾਫ਼ ਕਰਨਾ ਤਾਂ ਸਾਨੂੰ ਬਹੁਤ ਸਾਰੇ ਕੌੜੇ ਫੈਸਲੇ ਲੈਣੇ ਪੈਂਦੇ ਨੇ, ਅਤੇ ਲਵਾਂਗੇ, ਪਹਿਲਾਂ ਵੀ ਲਿੱਤੇ ਨੇ। ਹਾੜ ਐਵੇਂ ਨਹੀਂ ਹੰਢਾਏ ਜਾਂਦੇ। ਕੌਮਾਂ ਜਿੱਤਦੀਆਂ ਨੇ ਜਜ਼ਬੇ ਦੇ ਨਾਲ, ਏਕੇ ਦੇ ਨਾਲ। ਪਰ ਅਗਰ ਸਾਡੀਆਂ ਬੇੜੀਆਂ 'ਚ ਬੱਟੇ ਪਾਉਣ ਵਾਲੇ ਸਾਡੇ ਹਮਸਫਰ ਬਣ ਕੇ ਚੱਲਣਗੇ ਤਾਂ ਫੇਰ ਨਹੀਂ ਅਸੀਂ ਜਿੱਤ ਸਕਦੇ। ਇਸ ਲਈ ਮੈਂ ਜ਼ਿਆਦਾ ਕਿਸੇ ਨੂੰ ਕਿਹਾ ਨਹੀਂ ਇਸ ਬਾਰੇ, ਕਿਉਂਕਿ ਮੈਨੂੰ ਪਤਾ ਕਿ ਬਹੁਤ ਸਾਰਿਆਂ ਦੇ ਜ਼ਹਿਨ ਦੇ ਵਿੱਚ ਬਹੁਤ ਸਾਰੇ ਸੰਸ਼ੇ ਆਉਣਗੇ। ਪਰ ਬਹੁਤ ਸਾਰੇ ਜਿਹੜੇ ਕਲੋਜ਼ ਹੈਗੇ ਨੇ ਸਿੱਖ ਸੰਗਤ ਜਿਹੜੀ ਨਾਲ ਹੈ, ਉਹਨਾਂ ਵਿੱਚੋਂ ਕਈ ਭਾਈ ਬੰਧੂ ਸੀ ਜਿਹੜੇ ਮੈਨੂੰ ਮਿਲਣ ਵਾਸਤੇ ਆਏ ਸੀ, ਅਤੇ ਉਹਨਾਂ ਨਾਲ ਡਿਸਕਸ ਕੀਤਾ ਅਤੇ ਉਹ ਕਹਿੰਦੇ ਵੀ 7 ਵਚਨ ਅਸੀਂ ਚੱਲਾਂਗੇ। ਅਤੇ ਉਹ ਸਿੰਘ ਮੇਰੇ ਨਾਲ ਗਏ, 10-15 ਸਿੰਘ ਸੀਗੇ, ਅਸੀਂ ਗਏ ਹਾਂ ਦਿੱਲੀ, ਅਤੇ ਇਹ ਐਪਲੀਕੇਸ਼ਨ ਨੂੰ ਅੱਗੇ ਫਾਰਵਰਡ ਕਰਕੇ ਆਏ ਹਾਂ। ਕਿਉਂਕਿ ਈਸ਼ਰ ਸਿੰਘ ਦਾ, ਹਰਪ੍ਰੀਤ ਕੌਰ ਦਾ ਅਤੇ ਹਰਲੀਨ ਕੌਰ ਦਾ ਸੰਗਤ ਦੇ ਸਾਹਮਣੇ ਆਉਣਾ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ। ਅਤੇ ਜੇਕਰ ਉਹ ਸਾਹਮਣੇ ਆ ਜਾਂਦੇ ਨੇ ਤਾਂ ਫਿਰ ਸਾਡਾ ਫਰਜ਼ ਬਣਦਾ ਵੀ ਉਹਨਾਂ ਤੋਂ ਸਵਾਲ ਕੀਤੇ ਜਾਣ ਵੀ 1100 ਪੰਨਿਆਂ ਦੀ ਰਿਪੋਰਟ ਤੁਸੀਂ ਬਣਾਈ ਕਿੱਦਾਂ, ਅਤੇ 1100 ਪੰਨਿਆਂ ਦੀ ਰਿਪੋਰਟ ਜਿਹੜੀ ਬਣਾਈ ਹੈ ਉਹ ਕਿਸ ਬਿਹਾਫ 'ਤੇ ਬਣਾਈ ਹੈ, ਅਤੇ ਜਿਸ ਬਿਹਾਫ 'ਤੇ ਬਣਾਈ ਹੈ ਤਾਂ ਫਿਰ ਤੁਸੀਂ ਮੁਲਜ਼ਮ ਕਿੱਦਾਂ ਡਿਕਲੇਅਰ ਕੀਤੇ ਨੇ, ਅਤੇ ਜਿਹੜੇ ਮੁਲਜ਼ਮ ਤੁਸੀਂ ਡਿਕਲੇਅਰ ਕਰ ਦਿੱਤੇ ਫਿਰ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਸਜ਼ਾਵਾਂ ਕਿਉਂ ਨਹੀਂ ਲਾਈਆਂ, FIR ਦਰਜ ਉਹਨਾਂ 'ਤੇ ਕਿਉਂ ਨਹੀਂ ਕਰਵਾਈ, ਅਤੇ 328 ਪਾਵਨ ਸਰੂਪਾਂ ਦੀ ਜਿਹੜੀ ਭੇਟਾ ਸੀ, ਜਿਹੜਾ ਪੈਸਾ ਇਹਨਾਂ ਨੇ ਰਿਕਵਰ ਕਰਨਾ ਸੀ, ਉਹ ਅੱਜ ਤੱਕ ਕਿਉਂ ਨਹੀਂ ਕੀਤਾ। ਜੇ ਕੀਤਾ ਤਾਂ ਕਿਸ ਤੋਂ ਕੀਤਾ, ਵੈਸੇ ਮੈਂ ਦੱਸ ਦਿੰਦਾ ਕਿ ਨਹੀਂ ਕੀਤਾ। ਇਹ ਸਵਾਲ ਨੇ, ਇਹਨਾਂ ਦੇ ਜਵਾਬ ਉਦੋਂ ਹੀ ਸਾਨੂੰ ਮਿਲਣਗੇ ਜਦੋਂ ਭਾਈ ਈਸ਼ਰ ਸਿੰਘ, ਭੈਣ ਗੁਰਪ੍ਰੀਤ ਕੌਰ ਅਤੇ ਹਰਲੀਨ ਕੌਰ ਸਾਹਮਣੇ ਆਉਣਗੇ। ਅਦਰਵਾਈਜ਼ ਗੂੰਗਲਾਂ ਤੋਂ ਮਿੱਟੀ ਜਿੰਨੀ ਮਰਜ਼ੀ ਝਾੜੀ ਜਾਓ। ਇਹ ਸਵਾਲ ਨੇ, ਅਤੇ ਇਹਨਾਂ ਤਿੰਨਾਂ ਬਾਰੇ ਸੰਗਤ ਜੀ ਤੁਹਾਡੇ ਵਿੱਚੋਂ ਕਿਸੇ ਨੂੰ ਕੁਝ ਵੀ ਪਤਾ ਆ, ਭਾਈ ਈਸ਼ਰ ਸਿੰਘ ਬਾਰੇ, ਹਰਲੀਨ ਕੌਰ ਬਾਰੇ, ਬੀਬੀ ਗੁਰਪ੍ਰੀਤ ਕੌਰ ਬਾਰੇ, ਹਰਪ੍ਰੀਤ ਕੌਰ ਬਾਰੇ, ਅਤੇ ਉਸ ਬਾਰੇ ਸਾਨੂੰ ਜ਼ਰੂਰ ਸੰਪਰਕ ਕਰਕੇ ਦੱਸਿਆ ਜਾਵੇ। ਇਹਨਾਂ ਦੇ ਸੰਪਰਕ ਨੰਬਰ ਹੈਗੇ ਨੇ, ਉਹ ਸਾਨੂੰ ਮੁਹੱਈਆ ਕਰਵਾਏ ਜਾਣ। ਇਹਨਾਂ ਬੀਬੀਆਂ ਦਾ ਐਡਰੈਸ ਪਤਾ ਕਿਸੇ ਨੂੰ ਵੀ ਪਤਾ ਹੋਵੇ ਉਹ ਸਾਨੂੰ ਮੁਹੱਈਆ ਕਰਵਾਇਆ ਜਾਵੇ। ਪੰਜਾਬ ਸਰਕਾਰ ਨੂੰ ਵੀ ਮੈਂ ਇਹ ਬੇਨਤੀ ਕਰਦਾ ਹਾਂ ਵੀ ਭਾਈ ਈਸ਼ਰ ਸਿੰਘ ਅਤੇ ਬੀਬੀ ਹਰਪ੍ਰੀਤ ਕੌਰ, ਬੀਬੀ ਹਰਲੀਨ ਕੌਰ, ਇਹਨਾਂ ਦੇ ਬਾਰੇ ਘੋਖ ਕਰਕੇ ਪਤਾ ਕੀਤਾ ਜਾਵੇ ਇਹ ਆਖਿਰ ਰੂਪੋਸ਼ ਹੋਏ ਕਿੱਥੇ ਨੇ ਅਤੇ ਕਿਉਂ ਹੋਏ ਨੇ, ਤਾਂ ਕਿ 1100 ਪੰਨਿਆਂ ਦੀ ਜਿਹੜੀ ਰਿਪੋਰਟ ਸਿੱਖ ਸੰਗਤ ਦੀ ਕਚਹਿਰੀ ਦੇ ਵਿੱਚ ਅੱਖਾਂ 'ਚ ਘੱਟਾ ਪਾਉਣ ਵਾਸਤੇ ਇਹਨਾਂ ਨੇ ਪੇਸ਼ ਕੀਤੀ ਕਿ 328 ਸਰੂਪਾਂ ਦਾ ਮਾਮਲਾ ਸੁਲਝ ਗਿਆ ਹੈ, ਦੋਸ਼ੀ ਫੜ ਲਏ ਆ, ਸਜ਼ਾਵਾਂ ਦੇ ਦਿੱਤੀਆਂ, ਉਹਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਉਮੀਦ ਕਰਦਾ ਤੁਸੀਂ ਵੀ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓਗੇ ਅਤੇ ਜੋ ਗੱਲਾਂ ਮੈਂ ਕਹੀਆਂ ਨੇ ਉਸ ਦੇ ਵਿੱਚ ਮੇਰਾ ਜ਼ਰੂਰ ਸਾਥ ਦਿਓਗੇ। ਸੋ ਇਸੇ ਤਰ੍ਹਾਂ ਆਪਣਾ ਸਾਥ ਦਿੰਦੇ ਰਹੋ, ਉਸ ਗੁਰੂ ਰਾਮਦਾਸ 'ਤੇ ਭਰੋਸਾ ਰੱਖੋ। ਗੁਰਦੁਆਰਾ ਸੁਧਾਰ ਲਹਿਰ ਜੋ ਸ਼ੁਰੂ ਕੀਤੀ ਹੈ, ਇਹਦਾ ਅੰਤ ਉਦੋਂ ਹੀ ਹੋਣਾ ਜਦੋਂ ਗੁਰਦੁਆਰਿਆਂ ਦੇ ਵਿੱਚ ਪਿਆ ਇਹ ਗੰਦ ਸਾਫ਼ ਕਰ ਦੇਵਾਂਗੇ ਅਸੀਂ ਰਲ ਕੇ ਮਿਲ ਕੇ। ਅਤੇ ਉਸ ਤੋਂ ਬਾਅਦ ਅੱਗੇ ਚੋਣਾਂ ਵੀ ਆਉਣੀਆਂ ਨੇ, ਅਤੇ ਚੋਣਾਂ ਦੇ ਵਿੱਚ ਵੀ ਅਸੀਂ ਜਾਗਦੀਆਂ ਜ਼ਮੀਰਾਂ ਵਾਲੇ ਉਹਨਾਂ ਦਾ ਸਾਥ ਦੇਣਾ ਹੈ ਜਿਹੜੇ ਵਾਕਈ ਹੀ ਗੁਰਦੁਆਰਾ ਦੇ ਵਿੱਚ ਸੁਧਾਰ ਕਰਨਾ ਚਾਹੁੰਦੇ ਨੇ, ਜਿਹਨਾਂ ਨੇ ਵਾਕਈ ਹੀ ਗੁਰਦੁਆਰਾ ਸੁਧਾਰ ਲਹਿਰ ਦਿਲੋਂ ਸ਼ੁਰੂ ਕੀਤੀ ਹੈ, ਜੋ ਆਪਣੇ ਨਿੱਜ ਵਾਸਤੇ ਚੋਣਾਂ ਨਹੀਂ ਲੜਨਗੇ SGPC ਦੀਆਂ, ਜੋ ਗੁਰਦੁਆਰਾ ਦਾ ਪ੍ਰਬੰਧ ਸੁਧਾਰਨ ਵਾਸਤੇ, ਗੁਰੂ ਘਰ ਸੰਭਾਲਣ ਵਾਸਤੇ, ਸਿੱਖ ਕੌਮ ਸੰਭਾਲਣ ਵਾਸਤੇ, ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਇਹ ਚੋਣਾਂ ਲੜਨਗੇ। ਸੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਵਿਅਕਤ ਕਰਦਿਆ ਕਰੋ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਬਾਕੀ ਤੁਹਾਨੂੰ ਪਤਾ ਹੈ ਚੈਨਲ ਤੁਸੀਂ ਆਪ ਹੀ ਸਬਸਕ੍ਰਾਈਬ ਕਰ ਲੈਣਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।